ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਇਸ ਵੇਲੇ ਬਹੁਤ ਸਾਰੇ ਅਪਡੇਟਸ ਸਾਡੇ ਦੌਰਾਨ ਸਾਹਮਣੇ ਆ ਰਹੇ ਨੇ ਤੇ ਅਪਡੇਟਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਯਾਦ ਕਰਾ ਦਾਂ ਕਿ ਕੱਲ ਜਦੋਂ ਅਸੀਂ ਦ ਮਾਰਨਿੰਗ ਸ਼ੋਅ ਦੇ ਵਿੱਚ ਜੁੜੇ ਸੀਗੇ ਤਾਂ ਉਸ ਵੇਲੇ ਵਿਦਿਆਰਥੀਆਂ ਦੇ ਮੁੱਦੇ 'ਤੇ ਤੁਸੀਂ ਗੱਲ ਕੀਤੀ ਸੀ। ਇੰਟਰਨੈਸ਼ਨਲ ਸਟੂਡੈਂਟਸ ਹੈ ਉਹਨਾਂ ਦੇ ਮੁੱਦੇ 'ਤੇ ਗੱਲ ਕੀਤੀ ਸੀ। ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਖਾਸ ਕਰਕੇ ਕਿਊਬੈਕ ਦੇ ਕਾਲਜਸ ਦੇ ਵਿੱਚ ਜੋ ਫਰਾਡ ਹੋਇਆ ਉਹ ਹੁਣ ਆਈ ਥਿੰਕ ਘਰ ਘਰ ਤੱਕ ਪਹੁੰਚ ਚੁੱਕਾ ਹੋਇਆ। ਸਾਰੇ ਉਸ ਮੁੱਦੇ ਦੇ ਨਾਲ ਜਿਹੜੇ ਪੂਰੇ ਤਰੀਕੇ ਨਾਲ ਜਾਣੂ ਨੇ, ਮੁਖਾਤਿਬ ਹੋ ਚੁੱਕੇ ਨੇ ਕਿ ਆਖਿਰਕਾਰ ਓਵਰਆਲ ਮੁੱਦਾ ਹੈ ਕੀ ਹੈ। ਉਸ ਮੁੱਦੇ ਦੇ ਉੱਤੇ ਸਰਕਾਰ ਕਿਤੇ ਨਾ ਕਿਤੇ ਕਟਹਿਰੇ ਦੇ ਵਿੱਚ ਖੜੀ ਹੋ ਰਹੀ ਸੀ। ਜਿਹੜੇ ਕੰਸਲਟੈਂਟਸ ਨੇ, ਇਮੀਗ੍ਰੇਸ਼ਨ ਵਾਲੇ, ਕਈ ਅਜਿਹੇ ਫਰਾਡ ਲੋਕ ਜਿਹੜੇ ਕਿ ਗਲਤ ਗਾਈਡੈਂਸ ਜਿਹੜੇ ਕਰਦੇ ਨੇ ਵਿਦਿਆਰਥੀਆਂ ਨੂੰ, ਉਹ ਵੀ ਕਟਹਿਰੇ ਦੇ ਵਿੱਚ ਸੀਗੇ। ਇਸ ਵੇਲੇ ਜਿਹੜੇ ਵਿਦਿਆਰਥੀ ਨੇ ਉਹ ਵੀ ਲਗਾਤਾਰ ਜਿਹੜਾ ਆਪਣਾ ਪ੍ਰਦਰਸ਼ਨ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਸਾਡੇ ਜਿਹੜੇ ਪੈਸੇ ਨੇ ਸਾਡਾ ਰਿਫੰਡ ਕੀਤਾ ਜਾਏ। ਔਰ ਜਿਹੜੇ ਇੱਥੇ ਵਿਦਿਆਰਥੀ ਪੜ੍ਹ ਚੁੱਕੇ ਨੇ, ਪੜ੍ਹ ਰਹੇ ਨੇ, ਨਾਲ ਇਸੇ ਕਾਲਜਸ ਦੇ ਨਾਲ ਬਿਲੋਂਗ ਕਰਦੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਵਾਸਤੇ ਵੀ ਸਰਕਾਰ ਕੋਈ ਨਾ ਕੋਈ ਜਿਹੜਾ ਉਹ ਪਲੈਟਫਾਰਮ ਚੂਜ਼ ਕਰੇ ਕਿ ਸਾਡੀ ਐਡਮਿਸ਼ਨ ਹੁਣ ਕਿਤੇ ਹੋਰ ਕਾਲਜ 'ਚ ਹੋਏਗੀ ਜਾਂ ਕੀ ਕੀਤਾ ਜਾਏਗਾ। ਹੁਣ ਮਸਲਾ ਵੱਡਾ ਹੈ, ਅਜਿਹੇ ਦੇ ਵਿੱਚ ਸਰਕਾਰ ਜਵਾਬ ਦੇਤਾ ਹੈ। ਅਸੀਂ ਅੱਜ ਇਸੇ ਮੁੱਦੇ ਦੇ ਉੱਤੇ ਫਿਰ ਤੋਂ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਇਸ ਤੋਂ ਪਹਿਲਾਂ ਆਪਣੇ ਗੈਸਟ ਨਾਲ ਤੁਹਾਨੂੰ ਰੂਬਰੂ ਕਰਾਵਾਂ। ਮੈਂ ਦੱਸਦਾ ਜਿਹੜੇ ਦਰਸ਼ਕ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਕਾਲ ਕਰ ਸਕਦੇ ਨੇ, ਖਾਸ ਕਰਕੇ ਉਹ ਸਥਾਨਕ ਵਾਸੀ ਜਿਹੜੇ ਕੈਨੇਡਾ ਦੇ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਨੇ ਤੇ ਅੱਜ ਨਾ ਸਿਰਫ ਕੁਝ ਬੱਚਿਆਂ ਦਾ ਸਵਾਲ ਹੈ ਬਲਕਿ ਬਹੁਤ ਸਾਰੇ ਵਿਦਿਆਰਥੀਆਂ ਦਾ, ਬਹੁਤ ਸਾਰੇ ਸਟੂਡੈਂਟਸ ਦਾ ਜਿਹੜਾ ਫਿਊਚਰ ਹੈ ਉਹ ਦਾਅ 'ਤੇ ਲੱਗਾ ਹੋਇਆ ਹੈ, ਜਿਸ 'ਤੇ ਸਾਡੇ ਸਾਰਿਆਂ ਦੀ ਗੱਲ ਕਰਨੀ ਤਾਂ ਬਣਦੀ ਹੈ। ਸੋ ਇਸੇ ਲਈ ਮੈਂ ਕਹਾਂਗੀ ਕਿ ਉਹ ਲੋਕ ਪਲੀਜ਼ ਕਾਲ ਕਰਨ, ਜਿਹੜੇ ਸਾਡੇ ਕਾਲਰਸ ਨੇ ਉਹ ਕਾਲ ਕਰ ਸਕਦੇ ਨੇ, ਨਾਲ ਦੀ ਨਾਲ ਕਾਲ ਪਿਕ ਕਰਾਂਗੇ। ਫੇਸਬੁੱਕ 'ਤੇ ਜਿਹੜੇ ਦਰਸ਼ਕ ਜੁੜਨਾ ਚਾਹੁੰਦੇ ਨੇ ਉਹ ਫੇਸਬੁੱਕ ਦੇ ਉੱਤੇ ਆਪਣਾ ਜਿਹੜਾ ਮੈਸੇਜ ਨਾਲ ਦੀ ਨਾਲ ਲਿਖ ਸਕਦੇ ਨੇ, ਉਹਨਾਂ ਦਾ ਵੀ ਨਾਲ ਦੀ ਨਾਲ ਅਸੀਂ ਸਵਾਲ ਜਿਹੜਾ ਪੜ੍ਹਦੇ ਰਹਾਂਗੇ, ਉਸ 'ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ MP ਰਣਦੀਪ ਸਰਾਏ ਜੀ ਜੁੜੇ ਹੋਏ ਨੇ ਆਟਵਾ ਤੋਂ। ਰਣਦੀਪ ਜੀ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਸ਼ੈਰੀ ਜੀ, ਔਰ ਤੁਹਾਡੇ ਸਾਰੇ ਸਰੋਤਿਆਂ ਨੂੰ, ਚੈਨਲ ਪੰਜਾਬੀ ਦੇ ਸਰੋਤਿਆਂ ਸਾਰਿਆਂ ਨੂੰ ਜੀ ਆਇਆਂ ਨੂੰ ਐਂਡ ਗੁੱਡ ਮਾਰਨਿੰਗ ਜੀ। ਰਣਦੀਪ ਜੀ, ਇਸ ਵੇਲੇ ਨੋ ਡਾਊਟ ਤੁਸੀਂ ਆਟਵਾ ਦੇ ਵਿੱਚ ਹੋ, ਫਿਰ ਵੀ ਇਸ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ ਇਸ ਚੀਜ਼ ਦੇ ਲਈ। ਰਣਦੀਪ ਜੀ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਕਿਊਬੈਕ ਦੇ ਵਿੱਚ ਕਾਲਜਸ ਦੀ ਜਿਹੜੀ ਗੱਲ ਇਸ ਵੇਲੇ ਹੋ ਰਹੀ ਹੈ, ਨੋ ਡਾਊਟ ਤੁਸੀਂ ਵੀ ਉਸ ਮੁੱਦੇ ਤੋਂ ਪੂਰੇ ਤਰੀਕੇ ਨਾਲ ਜਾਣੂ ਹੈਗੇ ਹੋ, ਤੁਸੀਂ ਉਸ ਮੁੱਦੇ ਬਾਰੇ ਓਵਰਆਲ ਜਾਣਦੇ ਹੀ ਹੋ। ਜਦੋਂ ਤੁਸੀਂ ਰਿਵਿਊ ਕੀਤਾ ਇਸ ਮੁੱਦੇ ਨੂੰ ਤਾਂ ਤੁਹਾਨੂੰ ਇਹਦੇ ਵਿੱਚ ਕੀ ਕੁਝ ਮਿਲ ਰਿਹਾ? ਦੇਖੋ, ਇਹ ਸਟੈਪ ਬਾਈ ਸਟੈਪ ਦੇਖੋ। ਇਹ ਪਹਿਲੀ ਗੱਲ ਤਾਂ ਜਿਹੜੀ ਕਿਊਬੈਕ ਗਵਰਨਮੈਂਟ ਆ ਉਹ ਨਹੀਂ ਕਾਫੀ ਕਹਿ ਲਓ ਫਰਕ ਕੀਤਾ। ਇਹ ਕੈਨੇਡੀਅਨ ਇੰਗਲਿਸ਼ ਕਾਲਜ ਆ ਜਿੰਨੇ ਵੀ 10 ਸੀਗੇ, ਔਰ ਇਹਨਾਂ ਨੂੰ ਇਨੀ ਬੰਦ ਕਰ ਦਿੱਤਾ ਗਿਆ ਔਰ ਇਹਨਾਂ ਦੇ ਉੱਤੇ ਸਟਾਪ ਆਰਡਰ ਲਾਇਆ ਗਿਆ। ਉਹ ਚੈਲੰਜ ਕੀਤਾ ਗਿਆ ਕੋਰਟ ਦੇ ਵਿੱਚ, ਔਰ ਕੋਰਟ ਦੇ ਵਿੱਚ ਸਕਸੈਸਫੁਲੀ ਕਾਲਜਾਂ ਨੇ ਕੀਤਾ ਕਿ ਡਿਸਕ੍ਰਿਮੀਨੇਟਰੀ ਸੀਗਾ ਔਰ ਇਹ ਰੱਦ ਕੀਤਾ ਜਾਵੇ। ਅਨਫੋਰਚੂਨੇਟਲੀ ਉਹਨੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਫੀਸਾਂ ਦਿੱਤੀਆਂ ਸੀ ਕਾਲਜਾਂ ਨੇ, ਕਈਆਂ ਨੇ ਮਜਬੂਰੀ ਕਰਕੇ ਉਹਨਾਂ ਦੀ ਮੇਰੇ ਖਿਆਲ ਬੈਂਕਰਪਸੀ ਹੋ ਗਈ ਜਾਂ ਬੰਦ ਹੋ ਗਏ। ਕਈਆਂ ਨੇ ਫਰਾਡੂਲੈਂਟਲੀ ਤਰੀਕੇ ਨਾਲ ਵੀ ਕਹਿ ਰਿਹਾ, ਐਲੀਗੇਸ਼ਨਾਂ ਚੱਲ ਰਹੀਆਂ ਕਿ ਉਹਨਾਂ ਦੇ ਜਿਹੜੇ ਕੰਟਰੋਲਿੰਗ ਇੰਟਰਸਟ ਸੀਗੇ ਉਹਨੇ ਪੈਸੇ ਖਾਧੇ ਜਾਂ ਬਰਬਾਦ ਕੀਤੇ, ਜੋ ਵੀ ਕੀਤਾ ਉਹਨੇ ਸਟੂਡੈਂਟਾਂ ਦਾ ਤਾਂ ਪੈਸਾ ਗਿਆ ਨਾ। ਸੋ ਇਸ ਦਾ ਭਾਵ ਐਂਡ ਤੇ ਆਉਂਦਾ ਕਿ ਕੌਣ ਲਾਇਬਲ ਹੈਗਾ, ਔਰ ਲਾਇਬਲ ਸਭ ਤੋਂ ਪਹਿਲਾਂ ਤਾਂ ਕਾਲਜਿਸ ਆ, ਜੋ ਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਜਦੋਂ ਤੁਸੀਂ ਟਿਊਸ਼ਨ ਲੈਂਦੇ ਆ ਕਿ ਤੁਸੀਂ ਉਹ ਜਿਹੜਾ ਕੋਰਸ ਆ ਜਾਂ ਪ੍ਰੋਮਿਸ ਕੀਤਾ ਉਹ ਦੇਣਾ। ਨੰਬਰ 2, ਕਿਉਂਕਿ ਉਹ ਸਰਕਾਰ, ਸੂਬੇ ਦੀ ਸਰਕਾਰ ਹੈ ਜਿਹੜੀ ਕਿ ਕਾਲਜਾਂ ਨੂੰ ਰਨ ਕਰਦੀਆਂ, ਉਹਨਾਂ ਨੂੰ ਮੈਨੇਜ ਕਰਦੀਆਂ, ਉਹਨਾਂ ਨੂੰ ਗਵਰਨ ਕਰਦੀਆਂ, ਔਰ ਸੋ ਉਹਨਾਂ ਦੀ ਗਲਤੀ ਹੈ। ਸੋ ਮੈਂ ਸਾਡੀ ਭੈਣ ਅੰਜੂ ਢਿੱਲੋਂ ਜੋ MP ਹੈ ਮੌਂਟਰੀਅਲ ਤੇ, ਉਹਨਾਂ ਮੇਰਾ ਕਾਫੀ ਇਹਦੇ ਉੱਤੇ ਸੰਪਰਕ ਹੋਇਆ, ਉਹਨਾਂ ਨੂੰ ਕਾਫੀ ਕਾਲ ਕਰ ਰਿਹਾ, ਔਰ ਮੇਨਲੀ ਉਹ ਇਸ ਗੱਲ ਦੇ ਉੱਤੇ ਡੀਲ ਕਰ ਰਿਹਾ ਕੁਬੈਕ ਦੇ ਵਿੱਚ, ਖਾਸ ਕਰਕੇ ਕਿਉਂਕਿ ਪੰਜਾਬੀ ਭਾਈਚਾਰੇ ਦੇ ਵਿੱਚ ਉਹ ਇਕੱਲੇ MP ਉੱਥੇ ਹੈਗੇ ਆ। ਔਰ ਉਹਨਾਂ ਨੂੰ ਵੀ ਇਹ ਕਿਹਾ ਕਿ ਇਹ ਸਭ ਤੋਂ ਪਹਿਲਾਂ ਲੀਗਲੀ ਤੌਰ ਤੇ ਜਿਹੜਾ ਸਪੀਕਿੰਗ ਆ ਉਹਨਾਂ ਦੋਨਾਂ ਦੀ ਰਿਸਪੌਂਸਿਬਿਲਿਟੀ ਆ, ਔਰ ਉਹਨਾਂ ਨੂੰ ਇਕੱਠੇ ਹੋ ਕੇ ਐਕਸ਼ਨ ਉਹਨਾਂ ਦੇ ਉੱਤੇ ਲੈਣਾ ਚਾਹੀਦਾ, ਕਾਲਜ ਐਂਡ ਜਿਹੜਾ ਪ੍ਰੋਵਿੰਸ ਹੈਗਾ ਜਿਨ ਗਲਤੀ ਕੀਤੀ ਆ ਜਿਹਦੇ ਕਾਰਨ ਉਹ ਹੋਇਆ। ਸੋ ਹੋਪਫੁਲੀ ਉਹਨਾਂ ਨੂੰ ਜੇ ਕਾਲਜ ਤੋਂ ਨਾ ਮਿਲੂਗਾ ਤਾਂ ਗਵਰਨਮੈਂਟ ਤੋਂ ਮਿਲੂਗਾ, ਜੇ ਗਵਰਨਮੈਂਟ ਤੋਂ ਨਹੀਂ ਮਿਲਿਆ ਤਾਂ ਕਾਲਜ ਤੋਂ ਮਿਲੂਗਾ। ਇਹਨਾਂ ਨੂੰ ਰਿਟਰੀਬਿਊਸ਼ਨ ਮਿਲਣੀ ਚਾਹੀਦੀ ਆ। ਨੰਬਰ 2 ਜਿਹੜੀ ਗੱਲ ਹੈਗੀ ਆ ਕਿ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਆ, ਕਿਉਂਕਿ ਉਹ ਕਾਲਜ ਨਹੀਂ ਵੈਲਿਡ ਹੈਗਾ, ਸੋ ਉਹ ਵੀਜ਼ਾ ਉਹਨਾਂ ਦਾ ਨਹੀਂ ਉਨਾ ਚਿਰ ਉਹਨਾਂ ਨੂੰ ਇਸ਼ੂ ਹੋਣਾ ਜਿੰਨਾ ਚਿਰ ਪ੍ਰੋਪਰ ਕਾਲਜ। ਸੋ ਉਹਨਾਂ ਨੂੰ ਮੈਂ ਐਡਵਾਈਜ਼ ਕਰਦਾ ਕਿ ਉਹ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਲਈ ਅਪਲਾਈ ਕਰਨ। ਜਦੋਂ ਉਹਨਾਂ ਨੂੰ ਮਿਲ ਗਈ ਉਹ ਐਡਮਿਸ਼ਨ, ਉਹ ਇਮੀਗ੍ਰੇਸ਼ਨ ਨੂੰ ਦਿਖਾ ਲੈਣ ਅਤੇ ਉਹਦੇ ਉੱਤੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਨ। ਜੇ ਉਹਨਾਂ ਨੂੰ ਮੁਸ਼ਕਿਲ ਵੀ ਆਵੇ ਤਾਂ ਅਗੇਨ ਜਿਵੇਂ ਉਹ ਕੁਬੈਕ ਦੇ MP ਹੈਗੇ, ਉਹਨਾਂ ਦੀ ਮਦਦ ਲੈ ਸਕਦੇ ਆ ਕਿ ਸਾਨੂੰ ਸਪੋਰਟ ਦਿਓ, ਤਾਂ ਆਈ ਥਿੰਕ ਉਹ ਪੂਰੇ ਤੌਰ 'ਤੇ ਅੰਜੂ ਢਿੱਲੋਂ ਜਾਂ ਹੋਰ ਵੀ ਉੱਥੇ ਜਿਹੜੇ ਕੁਬੈਕ ਏਰੀਏ ਦੇ MP ਆ ਉਹ ਕਰਨਗੇ ਕਿ ਇਹਨਾਂ ਨੂੰ ਨਵੇਂ ਸਿਰੋਂ ਦਿਓ। ਜਿਹੜੇ ਆਲਰੇਡੀ ਆਏ ਇੱਥੇ ਆ, ਜਿਨ੍ਹਾਂ ਦੇ ਉਸ ਕਾਲਜ ਦੇ ਨਾਲ ਉਹਨਾਂ ਦਾ ਲੌਕਡ ਇਨ ਵੀਜ਼ਾ ਸੀਗਾ,
ਉਹ ਆ ਕੇ ਇਮੀਗ੍ਰੇਸ਼ਨ ਨੂੰ ਕਹਿ ਸਕਦੇ ਕਿ ਮੈਨੂੰ ਹੁਣ ਦਾਖਲਾ ਇਹਦੇ ਵਿੱਚ ਮਿਲ ਗਿਆ, ਮੇਰਾ ਟ੍ਰਾਂਸਫਰ ਕਰ ਦਿਓ। ਇਹ ਚੀਜ਼ਾਂ ਤਾਂ ਇਮੀਗ੍ਰੇਸ਼ਨ ਸਾਈਡ ਤੋਂ ਅਸੀਂ ਹੈਲਪ ਕਰ ਸਕਦੇ ਹਾਂ। ਜਿੱਥੇ ਉਹਨਾਂ ਦਾ ਫਾਈਨੈਂਸ਼ੀਅਲ ਲਾਸ ਆ, ਅਨਫੋਰਚੂਨਟਲੀ ਉਹਦੇ ਵਿੱਚ ਮਦਦ ਨਹੀਂ ਅਸੀਂ ਬੜੀ ਕਰ ਸਕਦੇ। ਉਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਲੀਗਲ ਕਾਰਵਾਈ ਕਰਨੀ ਪੈਣੀ ਹੈ, ਔਰ ਉਹਦੇ ਵਿੱਚ ਮੈਂ ਐਡਵਾਈਸ ਇਹੀ ਦੇ ਸਕਦਾ ਕਿ ਉਹ ਇਕੱਠੇ ਹੋ ਕੇ ਕਰਨ ਤਾਂ ਉਹਨਾਂ ਨੂੰ ਖਰਚ ਘੱਟ ਹੋਊਗਾ। ਐਜ਼ ਏ ਕਲੈਕਟਿਵ ਜਾਂ ਕਲਾਸ ਐਕਸ਼ਨ ਲਾਸੂਟ ਕਰਨ। ਜੇ ਉਹ ਇੰਡੀਵਿਜੂਅਲੀ ਕਰਨਗੇ ਤਾਂ ਉਹ ਸਮਾਲ ਕਲੇਮਸ ਕੇਸ ਕਰ ਸਕਦੇ, ਜਿਹਦੇ ਨਾਲ ਉਹ ਬੜਾ ਖਰਚ ਨਹੀਂ ਲੱਗਦਾ। ਸੋ ਜਿਹੜਾ ਮਹਿਸੂਸ ਕਰਦਾ ਕਿ ਅਸੀਂ ਇਕੱਠੇ ਨਹੀਂ ਹੋ ਸਕਦੇ ਜਾਂ ਉਹਨਾਂ ਕੋਲ ਨਹੀਂ ਉਨੀ ਆਰਗੇਨਾਈਜੇਸ਼ਨ ਐਬਿਲਿਟੀ, ਉਹ ਸਮਾਲ ਕਲੇਮਸ ਦੇ ਵਿੱਚ, ਜਿਵੇਂ BC ਦੇ ਵਿੱਚ ਸਮਾਲ ਕਲੇਮਸ, ਇਸ ਤਰ੍ਹਾਂ ਕੁਬੈਕ ਦੇ ਵਿੱਚ ਵੀ ਹੈਗਾ, ਉਹਦੇ ਨਾਲ ਉਹ ਬੜੀ ਸਿੰਪਲ ਐਪਲੀਕੇਸ਼ਨ ਹੁੰਦੀ ਆ, ਉਹ ਆਪਣੀ ਕਾਨੂੰਨੀ ਕਾਰਵਾਈ ਕਰ ਸਕਦੇ ਵੀ ਮੈਂ ਟਿਊਸ਼ਨ ਆ ਦਿੱਤੀ ਆ, ਇਹ ਕਾਲਜ ਬੰਦ ਕੀਤਾ ਗਿਆ, ਹੁਣ ਮੈਨੂੰ ਆਈਦਰ ਮੇਰੀ ਟਿਊਸ਼ਨ ਰੀਫੰਡ ਕਰੋ ਜਾਂ ਮੇਰਾ ਨੁਕਸਾਨ ਦਾ ਮੈਨੂੰ ਮੁੱਲ ਉਹਦਾ ਦਿਓ ਵਾਪਸ। ਸੋ ਇਸ ਤੌਰ ਤੇ ਜੱਜ ਜਿਹੜਾ ਉੱਥੇ ਫੈਸਲਾ, ਔਰ ਜਲਦੀ ਯੂਜਲੀ ਉਹ 3 ਤੋਂ 6 ਮਹੀਨਿਆਂ ਦੇ ਵਿੱਚ ਉਹ ਫੈਸਲਾ ਹੋ ਜਾਂਦਾ। ਰਣਦੀਪ ਜੀ, ਤੁਸੀਂ ਖੁਦ ਪਹਿਲਾਂ ਲਾਇਰ ਰਹੇ ਹੋ ਤੇ ਉਸ ਤੋਂ ਬਾਅਦ ਤੁਸੀਂ MP ਬਣੇ ਹੋ। ਇੱਦਾਂ ਦੇ ਮਾਮਲਿਆਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗੱਲ ਆਉਂਦੀ ਹੈ, ਇੰਟਰਨੈਸ਼ਨਲ ਵਿਦਿਆਰਥੀ ਨੇ, ਉਹਨਾਂ ਨੇ ਇੱਥੋਂ ਦੇ ਕਾਲਜਸ ਦੇ ਵਿੱਚ ਜਿਹੜਾ ਐਡਮਿਸ਼ਨ ਜਦੋਂ ਕਰਾਉਣੀ ਹੈ ਤਾਂ ਇਹਦਾ ਲੀਗਲ ਪ੍ਰੋਸੈਸ ਕੀ ਹੁੰਦਾ ਕਿ ਜਿਹੜੇ ਕਾਲਜਸ ਦੀ ਲਿਸਟ ਹੁੰਦੀ ਹੈ ਕਿੱਥੇ ਐਡਮਿਸ਼ਨ ਕਰਾ ਸਕਦੇ ਨੇ ਤੇ ਕੀ ਉਹ ਕਾਲਜ ਐਲੀਜੀਬਲ ਹੈਗੇ ਨੇ ਕਿ ਉਹ ਬਾਹਰੋਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸੱਦ ਸਕਦੇ ਨੇ, ਉਹਨਾਂ ਦੇ ਐਡਮਿਸ਼ਨ ਜਿਹੜੀ ਆ ਉਹਨਾਂ ਦੇ ਕਾਲਜ ਦੇ ਵਿੱਚ ਉਹ ਕਰਵਾ ਸਕਦੇ ਨੇ, ਤੇ ਜੇ ਐਲੀਜੀਬਲ ਉਹ ਹੈਗੇ ਨੇ ਐਡਮਿਸ਼ਨ ਕਰਾਉਣ ਲਈ ਬਾਹਰੀ ਵਿਦਿਆਰਥੀਆਂ ਦੀ, ਤਾਂ ਇਹਦੀ ਜਿਹੜੀ ਲਿਸਟ ਹੈ ਉਹ ਕਿਵੇਂ ਤਿਆਰ ਹੁੰਦੀ ਹੈ? ਕੀ ਤੁਹਾਡੇ ਆਪਣੇ ਅੰਡਰ ਹੁੰਦੀ ਹੈ? ਗਵਰਨਮੈਂਟ ਨੂੰ ਇਸ ਚੀਜ਼ ਦਾ ਪੂਰਾ ਪਤਾ ਹੁੰਦਾ ਹੈ ਕਿ ਇਹ ਕਾਲਜ ਜਿਹੜੇ ਹੈਗੇ ਨੇ ਇਹ ਬੁਲਾ ਸਕਦੇ ਨੇ ਵਿਦਿਆਰਥੀਆਂ ਨੂੰ? ਸੋ ਪੋਸਟ ਸੈਕੰਡਰੀ ਦੀ ਜਿਹੜੀ ਐਜੂਕੇਸ਼ਨ ਹੈ ਇਹ ਅਸੀਂ ਪ੍ਰੋਵਿੰਸਾਂ ਨੂੰ ਦਿੱਤੀ, ਔਰ ਪ੍ਰੋਵਿੰਸਾਂ ਨੂੰ ਅਸੀਂ ਟਾਸਕ ਦਿੱਤਾ ਕਿ ਤੁਸੀਂ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ DLI ਇਹਨਾਂ ਨੂੰ ਲਾਇਸੈਂਸ ਦੇਣਾ, ਜਿਹਨੂੰ ਤੁਸੀਂ ਇੰਸਪੈਕਟ ਕਰਕੇ ਤੁਹਾਡੇ ਅਸੂਲਾਂ ਦੇ ਮੁਤਾਬਕ ਤੁਸੀਂ ਇਹਨਾਂ ਨੂੰ ਸਮਝਦੇ ਆ ਕਿ ਇਹ ਪ੍ਰੋਪਰ ਪ੍ਰੋਪਰ ਐਜੂਕੇਸ਼ਨ ਕੈਨੇਡੀਅਨ ਸਟੈਂਡਰਡਸ ਦੇ ਮੁਤਾਬਕ ਜਿਹੜਾ ਕੋਰਸ ਉਹ ਦੇ ਰਹੇ ਆ, ਉਹਦੇ ਜਿਹੜਾ ਕੋਰਸ ਕਹਿ ਰਿਹਾ ਕਿ ਅਸੀਂ ਦੇ ਰਹੇ ਆ ਉਹਦੇ ਮੁਤਾਬਕ ਦਿੱਤੀ ਜਾ ਰਹੀ। ਸੋ ਉਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਕਈ ਇੰਸਪੈਕਟ ਵੀ ਕਰਦੇ ਆ, ਉਹ ਛਾਪੇ ਵੀ ਕਈ ਵਾਰੀ ਮਾਰਦੇ ਹੁੰਦੇ ਆ, ਦੇਖਣ ਹੋਵੇ ਵਿਅਕਤੀ ਉੱਥੇ ਐਕਚੁਅਲੀ ਪੜ੍ਹਦੇ ਕਿ ਨਹੀਂ, ਪਰ ਇਹ ਸੂਬੇ ਦੇ ਬੇਸਿਸ ਤੇ ਆ। ਇੱਥੇ ਵੀ ਸਾਡੇ ਪਹਿਲਾਂ ਅਰਲੀ 2000 ਦੇ ਵਿੱਚ ਕਾਫੀ ਪ੍ਰੋਬਲਮ ਪਈ ਸੀ BC ਦੇ ਵਿੱਚ, ਤੇ ਉਸ ਤੋਂ ਬਾਅਦ ਸਰਕਾਰ ਨੇ ਕਾਫੀ ਸਖਤੀ ਕੀਤੀ ਸੀਗੀ ਔਰ ਕਾਫੀਆਂ ਦੇ ਲਾਇਸੈਂਸ ਕੈਂਸਲ ਵੀ ਕੀਤੇ ਗਏ ਸੀਗੇ। ਸੋ ਫੈਡਰਲ ਗਵਰਨਮੈਂਟ ਜਿਹੜੀ ਹੈਗੀ ਆ, ਔਰ ਇਮੀਗ੍ਰੇਸ਼ਨ ਕੈਨੇਡਾ ਜਿਹੜਾ, ਇਹ ਉਹ ਤੇ ਰਿਲਾਈ ਕਰਦਾ ਕਿ ਜਿਹੜੇ ਸੂਬੇ ਨੇ DLI ਦਿੱਤਾ ਉਹਨਾਂ ਨੂੰ, ਸੋ ਉਹ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਦਾ ਦਰਜਾ ਦਿੱਤਾ, ਉਹ ਕਾਲਜ ਜਿਹੜਾ ਉਹ ਅਪਰੂਵਡ ਹੈਗਾ ਉਸ ਵਿਦਿਆ ਨੂੰ ਹਾਸਲ ਕਰਨ ਵਾਸਤੇ, ਉਸ ਵਿਦਿਆ ਨੂੰ ਟੀਚ ਕਰਨ ਵਾਸਤੇ ਉਹ ਅਪਰੂਵਡ ਹੈਗਾ। ਸੋ ਇਹ ਸਟੈਂਡਰਡ ਹੈਗਾ। ਪਰ ਇਹ ਸੂਬਿਆਂ ਨੂੰ ਫਰਮ ਟਾਈਮ ਟੂ ਟਾਈਮ, ਆਪਾਂ ontario 'ਚ ਵੀ ਸੁਣਦੇ ਹਾਂ ਕਾਫੀ ਫਲਾਈ ਬਾਈ ਨਾਈਟ ਜਿੱਦਾਂ ਕਹਿੰਦੇ ਕਾਲਜ ਜਾਂ ਕੋਈ ਮਾਲ ਦੇ ਵਿੱਚ ਬਣਿਆ, ਉਹ ਨਹੀਂ ਉਸ ਸਟੈਂਡਰਡ ਦੇ ਹੈਗੇ ਆ। ਉਹਨਾਂ ਦੇ ਉੱਤੇ ਜਿਹੜੀ ਸਟੈਂਡਰਡਾਈਜੇਸ਼ਨ ਆ ਉਹ ਸਾਨੂੰ ਮੰਗ ਆਪਣੇ ਸੂਬਿਆਂ ਨੂੰ ਕਹਿਣਾ ਪਊਗਾ ਕਿ ਤੁਸੀਂ ਇਹਦਾ ਸਟੈਂਡਰਡ ਉੱਚਾ ਰੱਖੋ। ਔਰ ਮੈਂ ਇਹ ਜ਼ਰੂਰ ਕਰਦਾ ਜਿਹੜੇ ਲੋਕ ਇੰਨੀ ਹਾਈ ਟਿਊਸ਼ਨ ਦੇ ਕੇ ਇੱਥੇ ਆ ਕੇ ਪੜ੍ਹਦੇ ਆ ਉਹਨਾਂ ਨੂੰ ਵਧੀਆ ਸਟੈਂਡਰਡ ਦੀ ਪੜ੍ਹਾਈ ਮਿਲਣੀ ਚਾਹੀਦੀ। ਇਸ ਕਰਕੇ ਸੂਬਿਆਂ ਦੀ ਪੂਰੀ ਜ਼ਿੰਮੇਵਾਰੀ ਸਮਝ ਕੇ ਇਹ ਲੈਣੀ ਚਾਹੀਦੀ ਕਿ ਇਕੱਲਾ ਕੈਸ਼ ਕਾਊ ਨਹੀਂ ਕਿ ਅਸੀਂ ATM ਮਸ਼ੀਨਾਂ ਇਹਨਾਂ ਨੂੰ ਵਰਤੀਏ ਕਿ ਇੰਟਰਨੈਸ਼ਨਲ ਸਟੂਡੈਂਟ ਆਉਣ। ਉਹ ਆਪਣੇ ਵਧੀਆ ਸਟੈਂਡਰਡ ਨਾਲ, ਵਧੀਆ ਪੜ੍ਹਾਈ ਦੇ ਨਾਲ ਕਾਲਜ ਹੋਣ, ਔਰ ਉਹਨਾਂ ਨੂੰ ਚੈੱਕ ਕੀਤਾ ਜਾਣਾ ਚਾਹੀਦਾ ਕਿ ਵਾਕਿਆ ਹੀ ਉੱਥੇ ਨਿਆਣੇ ਪੜ੍ਹਦੇ ਆ। ਜੇ ਆਨਲਾਈਨ ਕਰ ਰਿਹਾ ਤਾਂ ਵਾਕਿਆ ਹੀ ਇੰਨੇ ਲੋਕ ਆਨਲਾਈਨ ਕਲਾਸਾਂ ਲੈ ਰਹੇ ਆ, ਉਹਦਾ ਇਮਤਿਹਾਨ ਕੀ ਆ, ਉਹਦਾ ਐਥੀਕਲ ਸਟੈਂਡਰਡ ਕੀ ਆ, ਟਿਊਸ਼ਨ ਦੀ ਰਸੀਦ ਕਿੱਦਾਂ ਦਿੰਦੇ ਆ, ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਪ੍ਰੋਵਿੰਸ ਨੂੰ ਦੇ ਉੱਤੇ ਹੈਗੀ, ਔਰ ਪ੍ਰੋਵਿੰਸ ਨੂੰ ਨਿਭਾਉਣੀ ਚਾਹੀਦੀ ਹੈ ਠੀਕ ਤਰੀਕੇ ਨਾਲ, ਤਾਂ ਕਿ ਫੈਡਰਲ ਗਵਰਨਮੈਂਟ ਉਸ ਦੇ ਅਹਿਸਾਸ ਦੇ ਉੱਤੇ ਉਹ ਵੀਜ਼ੇ ਦੇ ਸਕਣ। ਰਣਦੀਪ ਜੀ, ਕੀ ਇਹ ਕਾਫੀ ਹੈ ਕਿ ਫੈਡਰਲ ਗਵਰਨਮੈਂਟ ਇਸ ਚੀਜ਼ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸੂਬਾ ਸਰਕਾਰਾਂ ਦੇ ਉੱਤੇ, ਸੂਬਿਆਂ ਦੇ ਉੱਤੇ ਛੱਡ ਦਿੱਤੀ? ਕੀ ਇਹ ਕਾਫੀ ਹੈ? ਇੰਟਰਨੈਸ਼ਨਲ ਸਟੂਡੈਂਟਸ ਨੇ, ਯਾਨੀ ਕਿ ਕੈਨੇਡਾ ਦੇ ਵਿੱਚ ਉਹ ਆਪਣਾ ਫਿਊਚਰ ਸੋਚ ਕੇ ਆਏ ਨੇ, ਔਰ ਕੈਨੇਡਾ ਦੀ ਇਕੋਨਮੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਿਹੜਾ ਰੋਲ ਹੈ ਉਹ ਸਟੂਡੈਂਟਸ ਦਾ ਹੈ। ਇਹ ਗੱਲ ਤਾਂ ਸਰਕਾਰ ਵੀ ਮੰਨਦੀ ਹੈ। ਖੁਦ ਪ੍ਰਧਾਨ ਮੰਤਰੀ ਟਰੂਡੋ ਕਈ ਵਾਰੀ ਆਪਣੇ ਮੰਚ ਤੋਂ ਇਹ ਗੱਲ ਕਹਿੰਦੇ ਨੇ। ਸਮੇਂ-ਸਮੇਂ ਦੀ ਹਰ ਸਰਕਾਰ ਨੇ ਇਸ ਗੱਲ ਨੂੰ ਕਬੂਲਿਆ ਹੈ। ਤੇ ਫਿਰ ਜਦੋਂ ਸਟੂਡੈਂਟਸ ਆਉਂਦੇ ਨੇ, ਐਡਮਿਸ਼ਨ ਲੈ ਰਹੇ ਨੇ, ਉਹ ਵੀ ਆਪਣਾ ਫਿਊਚਰ ਸੋਚ ਕੇ ਚੰਗੇ ਭਵਿੱਖ ਦੇ ਲਈ ਕੈਨੇਡਾ ਨੂੰ ਚੂਜ਼ ਕਰਦੇ ਨੇ। ਤੇ ਕੈਨੇਡਾ ਦੇ ਕਾਲਜਸ ਦੇ ਵਿੱਚ ਆ ਕੇ, ਸਕੂਲਾਂ ਦੇ ਵਿੱਚ ਆ ਕੇ ਜਦੋਂ ਉਹਨਾਂ ਦੇ ਨਾਲ ਫਰਾਡ ਹੋਣ ਲੱਗ ਜਾਣਗੇ ਤਾਂ ਇਸ ਚੀਜ਼ ਦੀ ਜਿਹੜੀ ਜ਼ਿੰਮੇਵਾਰੀ ਉਹ ਬਣਦੀ ਕਿਹਦੀ ਹੈ? ਕਿਹਦੇ ਕੋਲ ਉਹ ਜਾਣ, ਕਿਹਦੇ ਕੋਲ ਫਰਿਆਦ ਕਰਨ, ਕਿਹਦੇ ਕੋਲ ਉਹ ਜਾ ਕੇ ਇਹ ਕਹਿਣ ਵੀ ਤੁਹਾਡੀ ਜ਼ਿੰਮੇਵਾਰੀ ਹੈ ਸਾਨੂੰ, ਜਾਂ ਫਿਰ ਉਹ ਇੱਦਾਂ ਹੀ ਪ੍ਰੋਟੈਸਟ ਕਰਦੇ ਰਹਿਣਗੇ,
ਖੱਜਲ ਹੁੰਦੇ ਰਹਿਣਗੇ, ਕਿਸੇ ਨਾ ਕਿਸੇ ਨੂੰ ਕਹਿੰਦੇ ਰਹਿਣਗੇ, ਮੀਡੀਆ ਦੇ ਵਿੱਚ ਆਉਂਦੇ ਰਹਿਣਗੇ, ਕੋਈ ਤਾਂ ਇਸ ਚੀਜ਼ ਦਾ ਪ੍ਰੋਸੈਸ ਹੋਏਗਾ ਨਾ। ਸੋ ਐਜ਼ ਅ ਐਮਪੀ ਹੀ ਮੈਂ ਤੁਹਾਨੂੰ ਇਹ ਗੱਲ ਪੁੱਛ ਰਹੀ ਹਾਂ ਰਣਦੀਪ ਜੀ ਕਿ ਫੈਡਰਲ ਗਵਰਨਮੈਂਟ ਦੀ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਬਣਦੀ ਵੀ ਜਿਹੜਾ ਐਡੀ ਵੱਡੀ ਇਕਨੋਮੀ ਦਾ ਸਾਡਾ ਹਿੱਸਾ ਹੈਗੇ ਨੇ, ਅਸੀਂ ਉਹਨਾਂ ਦੀ ਬਾਂਹ ਫੜੀਏ, ਕੋਈ ਉਹਨਾਂ ਦਾ ਹੱਲ ਕੱਢ ਕੇ ਦਈਏ ਵੀ ਜੋ ਫਰਾਡ ਦੇ ਵਿੱਚ ਫਸ ਹੀ ਗਏ ਨੇ, ਤੇ ਅੱਗੇ ਤੋਂ ਵੀ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਜਿਹਨੂੰ ਕਹਿ ਸਕਦੇ ਆ ਪ੍ਰੋਪਰ ਤਰੀਕੇ ਦੇ ਨਾਲ ਹਰ ਪ੍ਰੋਸੈਸ ਦੇ ਵਿੱਚੋਂ ਨਿਕਲਣਾ, ਇੱਦਾਂ ਦੇ ਕਾਲਜਿਸ ਦੀ ਚੰਗੇ ਤਰੀਕੇ ਨਾਲ ਜਾਂਚ ਪੜਤਾਲ ਕਰਨਾ ਜਿਹੜੇ ਕਿ ਪ੍ਰਾਈਵੇਟ ਕਾਲਜਿਸ, ਕਈ ਅਜਿਹੀਆਂ ਸਟੋਰੀਆਂ ਪਹਿਲਾਂ ਵੀ ਆ ਚੁੱਕੀਆਂ ਨੇ, ਕਈ ਕੇਸ ਸਾਹਮਣੇ ਆ ਚੁੱਕੇ ਨੇ ਇੱਦਾਂ ਦੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਠੱਲ ਪੈ ਸਕੇ, ਉਹਨਾਂ 'ਚ ਵੀ ਕੋਈ ਨਾ ਕੋਈ ਡਰ ਹੋਵੇ। ਹਾਂਜੀ, ਦੇਖੋ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਉੱਥੇ ਫੈਡਰਲ ਗਵਰਨਮੈਂਟ ਦਾ ਪੂਰੀ ਜ਼ਿੰਮੇਵਾਰੀ ਔਰ ਸਰਕਾਰ ਦਾ ਦਰਜਾ ਬਣਦਾ ਕਿ ਤੁਸੀਂ ਸਾਨੂੰ ਸ਼ਿਕਾਇਤ ਲਿਆਓ ਔਰ ਸਾਨੂੰ ਦੱਸੋ। ਫੋਰ ਐਗਜ਼ਾਮਪਲ ਜੇ ਕੰਸਲਟੈਂਟ ਨੇ ਤੁਹਾਡਾ ਫਰਾਡ ਕੀਤਾ, ਇਹ ਜੇ ਸਟੂਡੈਂਟ ਦੇ ਵਿੱਚ ਵੀ ਉਹ ਨਹੀਂ ਟਿਊਸ਼ਨ ਤੁਹਾਡੇ ਲਈ ਲਈ ਤਾਂ ਉਹ ਨਹੀਂ ਤੁਹਾਨੂੰ ਰਸੀਦ ਨਹੀਂ ਦਿੱਤੀ, ਜਾਂ ਡਬਲ ਚਾਰਜ ਕੀਤਾ, ਜਾਂ ਕੋਈ ਉਹ ਨਹੀਂ ਗਲਤ ਕੀਤਾ, ਤੁਸੀਂ ਜਿਹੜੀ ਕੰਸਲਟੈਂਟ ਦੀ ਬਾਡੀ ਆ ਉਹ ਹੁਣ ਫੈਡਰਲੀ ਰੈਗੂਲੇਟਡ ਬਾਡੀ ਹੈਗੀ ਆ, ਉੱਥੇ ਤੁਸੀਂ ਜਾ ਕੇ ਕੰਪਲੇਨ ਕਰ ਸਕਦੇ ਆ ਔਰ ਉਹ ਉੱਤੇ ਕਾਰਵਾਈ ਕਰਨਗੇ। ਔਰ ਚਾਹੇ ਉਹ ਲਾਇਸੈਂਸ ਕੰਸਲਟੈਂਟ ਜਾਂ ਅਨਲਾਇਸੈਂਸ ਕੰਸਲਟੈਂਟ ਆ, ਉਹਦੇ ਉੱਤੇ ਉਹ ਪੂਰੀ ਕਾਰਵਾਈ ਕਰਨਗੇ। ਪਰ ਕੈਨੇਡਾ ਦੇ ਵਿੱਚ ਡਿਵੀਜ਼ਨ ਆਫ ਪਾਵਰਸ ਹੈਗੀਆਂ ਔਰ ਅਸੀਂ ਇੱਕ ਦੇ ਉੱਤੇ ਦੂਜੇ ਨੂੰ ਸੁਪਰਸੀਡ ਨਹੀਂ ਕਰਦੇ। ਸੋ ਪੋਸਟ ਸੈਕੰਡਰੀ ਐਂਡ ਸੈਕੰਡਰੀ ਜਿਹੜੀ ਐਜੂਕੇਸ਼ਨ ਆ ਇਹ ਸੂਬਿਆਂ ਦੇ ਹੇਠ ਆਉਂਦੀ ਆ। ਸੋ ਇਹ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਕਨਸਟੀਟਿਊਸ਼ਨਲ ਪਾਵਰ ਦੇ ਮੁਤਾਬਕ ਅਸੀਂ ਇੰਟਰਫੀਅਰ ਨਹੀਂ ਕਰ ਸਕਦੇ। ਅਸੀਂ ਨਹੀਂ ਕਹਿ ਸਕਦੇ ਕਿ ਆਹ ਯੂਨੀਵਰਸਿਟੀ ਵੈਲਿਡ ਆ, ਆਹ ਕਾਲਜ ਨਹੀਂ ਵੈਲਿਡ, ਆਹ ਕਾਲਜ ਚੰਗਾ, ਆਹ ਕਾਲਜ ਮਾੜਾ। ਇਹ ਕੈਨੇਡਾ ਦੇ ਵਿੱਚ ਸਾਡੇ ਕੈਨੇਡੀਅਨ ਸਟੂਡੈਂਟਸ ਲਈ ਵੀ ਐਂਡ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਪ੍ਰੋਵਿੰਸ ਦੀ ਹੈ। ਸੋ ਉਹਨਾਂ ਨੂੰ ਪ੍ਰੋਵਿੰਸ ਦੇ ਕੋਲ ਜਾਣਾ ਚਾਹੀਦਾ ਔਰ ਉਹਨਾਂ ਦਾ ਹੱਕ ਬਣਦਾ। ਤੀਸਰੀ ਗੱਲ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਚੀਜ਼ ਦੇ ਵਿੱਚ, ਵੈਸਟਰਨ ਸੁਸਾਇਟੀ ਦੇ ਵਿੱਚ, ਇੰਡੀਆ ਦੇ ਵਿੱਚ ਵੀ ਮੋਨੇਟਰੀ ਕੰਪਨਸੇਸ਼ਨ ਹੀ ਇੱਕ ਫਾਰਮ ਆਫ ਰੈਮਡੀ ਆ, ਜਾਂ ਆਬਵੀਅਸਲੀ ਜੇਲ੍ਹ ਟਾਈਮ ਹੁੰਦੀ ਹੈ ਜਿੱਥੇ ਕੋਈ ਫੌਜਦਾਰੀ ਜਾਂ ਕੋਈ ਕ੍ਰਿਮੀਨਲ ਅਫੈਂਸ ਕਰਦਾ, ਉਹਦੇ ਵਾਸਤੇ ਅਗੇਨ ਸਾਨੂੰ ਲੀਗਲ ਐਕਸ਼ਨ ਲੈਣੀ ਪੈਂਦੀ ਹੈ। ਸੋ ਕਿਸੇ ਨਾ ਕਿਸੇ ਨੇ ਸੂ ਕਰਨਾ ਪਊਗਾ। ਉਹਦੇ ਵਿੱਚ ਫਿਰ ਜੱਜ ਜਿਹੜੀ ਸੁਣਾਈ ਕਰੂਗਾ, ਜੇ ਦੇਖੂਗਾ ਕਿ ਉਹ ਕੰਸਲਟੈਂਟ ਦਾ ਫਾਲਟ ਹੈ ਕਿ ਪ੍ਰੋਵਿੰਸ ਦਾ ਫਾਲਟ ਹੈ ਕਿ ਐਕਚੁਅਲ ਕਾਲਜ ਦਾ, ਫਿਰ ਉਹਦੇ ਮੁਤਾਬਕ ਉਹ ਜੱਜਮੈਂਟ ਦਿੰਦਾ। ਸੋ ਇਹ ਸਾਡੇ ਕੋਲ ਟੂਲਸ ਹੈਗੇ ਆ, ਪਰ ਸਾਨੂੰ ਟੂਲਸ ਵਰਤਣੇ ਪੈਣਗੇ। ਅਸੀਂ ਆਪਣੇ ਆਪ ਆਟੋਮੈਟਿਕ ਦੇ ਵਿੱਚ ਨਹੀਂ ਇਹ ਚੱਲਣੇ। ਇਹ ਨਹੀਂ ਕਿ ਪੁਲਿਸ ਨੇ ਉਹਨਾਂ ਨੂੰ ਜਾ ਕੇ ਫੜਨਾ ਜਾਂ ਪੁਲਿਸ ਨੇ ਪੈਸੇ ਉਹਨਾਂ ਦੇ ਲਿਆ ਕੇ ਦੇਣੇ ਆ। ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈਗਾ। ਤੁਹਾਨੂੰ ਸਿਵਲ ਮੈਟਰ ਹੈ, ਤੁਹਾਨੂੰ ਸੂ ਕਰਨਾ ਪਊਗਾ। ਸੂ ਕਰਨ ਤੋਂ ਬਾਅਦ ਤੁਹਾਨੂੰ ਉਹਦਾ ਕਲੈਕਟ ਕਰਨਾ ਪਊਗਾ। ਇਹ ਟਾਈਪ ਆਫ ਐਕਸ਼ਨ ਦੇ ਵਿੱਚ ਤੁਹਾਨੂੰ ਯਤਨ ਜ਼ਰੂਰ ਕਰਨੇ ਪਊਗੇ। ਸੋ ਉਹ ਹੈਗੀ ਆ, ਉਹਨਾਂ ਨੂੰ ਪ੍ਰੋਵਿੰਸ਼ਲੀ ਸਰਕਾਰ ਕੋਲ ਜਾ ਕੇ ਕੰਪਲੇਨ ਕਰਨੀ ਪੈਣੀ ਜਿਹਨੀ ਗਲਤੀ ਕੀਤੀ ਔਰ ਕੋਰਟ ਦੇ ਵਿੱਚ ਸਾਬਤ ਹੋਈ ਕਿ ਗਲਤੀ ਹੋਈ ਆ। ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ, ਜੇ ਕੋਈ ਕੰਸਲਟੈਂਟ ਨੇ ਤੁਹਾਡਾ ਧੋਖਾ ਦਿੱਤਾ, ਕੰਸਲਟੈਂਟ ਨੇ ਤੁਹਾਨੂੰ ਝੂਠ ਬੋਲਿਆ, ਜਾਂ ਕੰਸਲਟੈਂਟ ਨੇ ਤੁਹਾਡਾ ਕੋਈ ਠੱਗੀ ਕੀਤੀ ਆ, ਫਿਰ ਤੁਸੀਂ ਕੰਸਲਟੈਂਟ ਬਾਡੀ ਕੋ ਜਾ ਕੇ ਕੰਪਲੇਂਟ ਕਰੋ, ਪੂਰੀ ਦਰਜ ਕਰੋ। ਉਹ ਨਾਲ ਦੀ ਨਾਲ ਸਹਾਇਤਾ ਵੀ ਕਰਨਗੇ ਕਿ ਤੁਹਾਨੂੰ ਫੋਰ ਐਗਜ਼ਾਮਪਲ ਇੱਕ ਵੀਜ਼ਾ ਇੱਕ ਕਾਲਜ ਤੋਂ ਲੈ ਕੇ ਜੇ ਉਹਦੇ ਨਾਲ ਬੰਨਿਆ ਕਿ ਹੋਰ ਕਾਲਜ ਨਾਲ ਤੁਹਾਡਾ ਉਹ ਸੰਬੰਧਿਤ ਕਰਕੇ ਤਾਂ ਤੁਹਾਨੂੰ ਉਹਨਾਂ ਚਿਰ ਪੜ੍ਹਾਈ ਦਾ ਵਿੱਦਿਆ ਦੇਣਗੇ। ਇਨ ਦ ਮੀਨ ਟਾਈਮ ਤੁਸੀਂ ਆਪਣਾ ਸੂ ਕਰਕੇ ਆਪਣਾ ਜਿਹੜੇ ਡੈਮੇਜਸ ਲਓ। ਇਸੇ ਕਰਕੇ ਈਵਨ ਫੋਰ ਐਗਜ਼ਾਮਪਲ ਜਿਹੜਾ ਆਪਣਾ ਡਿਪੋਜ਼ਿਟ ਇੰਸ਼ੋਰ ਜਿਹੜਾ ਇੰਡੀਆ ਦੇ ਵਿੱਚ ਪੈਸੇ ਤਦੇ ਉਹ ਜਮ੍ਹਾਂ ਕਰਕੇ ਦਿੰਦੇ ਆ ਕਿ ਇਦਾਂ ਤੁਹਾਡਾ ਇੱਕਦਮ ਲਾਸ ਨਾ ਹੋਵੇ। ਅਨਫੋਰਚੂਨੇਟਲੀ ਕਈ ਵਾਰੀ ਵਿਅਕਤੀ ਜਿਹੜੇ ਹੈਗੇ ਆ ਉਹ ਸਾਰੇ ਪੈਸੇ ਪਹਿਲਾਂ ਦੇ ਦਿੰਦੇ, ਪਰ ਸਿਸਟਮ ਇਸੇ ਤਰ੍ਹਾਂ ਬਣਿਆ ਕਿ ਉਹ ਹੌਲੀ ਹੌਲੀ ਉਹ ਪੈਸੇ ਰਿਲੀਜ਼ ਕਰਦੇ ਤਾਂ ਕਿ ਤੁਹਾਨੂੰ ਇਦਾਂ ਕਦੇ ਧੱਕਾ ਨਾ ਹੋਵੇ। ਜੀ ਬਿਲਕੁਲ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਹਿਰੀ ਜੀ ਸਤਿ ਸ੍ਰੀ ਅਕਾਲ। ਆਪਣੇ ਰਣਦੀਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਰਣਦੀਪ ਜੀ ਨੂੰ ਇਹੀ ਸਵਾਲ ਆ ਜਿਹੜਾ ਮੈਂ ਹੁਣ ਸੁਣ ਰਿਹਾ ਸੀਗਾ ਵੀ ਇਹ ਕੱਲ ਦਾ ਜਿਹੜਾ ਕੇਸ ਆ ਉਹਦੇ ਉੱਤੇ ਵੀ ਪ੍ਰੋਵਿੰਸ਼ਲ ਜਿਹੜੀ ਗੌਰਮੈਂਟ ਆ ਫੈਡਰਲ ਨੇ ਉਹਨਾਂ ਨੂੰ ਦਿੱਤਾ ਹੋਇਆ ਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਰਣਦੀਪ ਜੀ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਦੋਂ ਕੋਈ ਚੀਜ਼ ਜਿੱਦਾਂ ਕੋਈ ਪੇਸ਼ੈਂਟ ਹੁੰਦਾ ਜਿਹੜਾ ਉਹਦਾ ਰੋਗ ਤਾਂ ਉਹਨੂੰ ਲੱਗ ਜਾਂਦਾ, ਰੋਗ ਤੋਂ ਬਾਅਦ ਤਾਂ ਆਪਾਂ ਸਿਰਫ ਉਹਦੀ ਟ੍ਰੀਟਮੈਂਟ ਕਰ ਸਕਦੇ ਹਾਂ, ਪਰ ਉਹ ਜਿਹੜਾ ਵਾਏ ਸ਼ਬਦ ਹੈ ਇੰਗਲਿਸ਼ ਦਾ ਵੀ ਇਹ ਕਿਉਂ ਲੱਗਿਆ ਉਹ ਲੱਭਣਾ ਜ਼ਰੂਰੀ ਹੈ। ਜਦੋਂ ਕਿ ਤੁਹਾਡੀ ਜਿਹੜੀ ਫੈਡਰਲ ਆਪਣਾ ਸਿਸਟਮ ਹੈ, ਜਦੋਂ ਕਿ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਇਹਦੇ ਵਿੱਚ ਆਪਾਂ ਨੂੰ ਕਿਉਂਕਿ ਇਕਨੋਮੀ ਦਾ ਇੱਕ ਪਾਰਟ ਬਣ ਗਿਆ। ਇਹ ਹੁਣ $1 ਮਿਲੀਅਨ 'ਚ ਨਹੀਂ, ਮੇਰੇ ਖਿਆਲ 2018 ਦੇ ਵਿੱਚ ਇੱਕ ਆਈ ਸੀ ਫਿਗਰ, ਮੈਨੂੰ ਲੱਗਦਾ $1 ਬਿਲੀਅਨ ਤੱਕ ਇਹ ਗੌਰਮੈਂਟ ਆ ਜਿਹੜੀ ਇਹ ਬਣਾਉਂਦੀ ਹੈ ਇਹਨਾਂ ਸਟੂਡੈਂਟਾਂ ਤੋਂ। ਅਸੀਂ ਕੈਨੇਡੀਅਨ ਬਣਾਉਂਦੇ ਹਾਂ, ਅਸੀਂ ਵੀ ਉਹਦੇ ਵਿੱਚ ਆ ਜਾਣਾ ਕਿਉਂਕਿ ਪਬਲਿਕ ਦੀ ਗੌਰਮੈਂਟ ਹੁੰਦੀ ਹੈ ਤੇ ਕੰਟਰੀ ਵੀ ਲੋਕਾਂ ਦਾ ਹੁੰਦਾ। ਸੋ ਤੁਸੀਂ ਪਹਿਲਾਂ ਹੀ ਇਹ ਚੀਜ਼ ਬਣਾਓ ਹੁਣ ਗਾਂਹ ਵਾਸਤੇ ਕਿ ਪ੍ਰੋਵਿੰਸ਼ਲ ਨੂੰ ਤਾਂ ਤੁਸੀਂ ਛੱਡੋ, ਤੁਸੀਂ ਫੈਡਰਲੀ ਕੋਈ ਇਹੋ ਜਿਹਾ ਪ੍ਰੋਵਿੰਸ਼ਲ ਨੂੰ ਕਹੋ ਵੀ ਤੁਸੀਂ ਸਾਨੂੰ ਲਿਆ ਕੇ ਭਾਈ ਕੋਈ ਬੌਂਡ ਸਿਸਟਮ ਦਿਓ ਇਹਨਾਂ ਦੇ ਉੱਤੇ, ਪਰ ਅਸੀਂ ਇੱਦਾਂ ਮੰਗਦੇ ਨਹੀਂ
ਕਿਉਂਕਿ ਕੈਨੇਡਾ 'ਚ ਤਾਂ ਪਾਪੂਲੇਸ਼ਨ ਬਹੁਤ ਥੋੜੀ ਹੈ। ਰਿਕਗਨਾਈਜ਼ ਰਹੀ ਕਾਲਜਾਂ ਦੀ ਤਾਂ ਮੈਂ ਬੋਲਣਾ ਨਹੀਂ ਮੰਗਦਾ, ਕਈ ਹੋਰ ਪਾਸੇ ਵੀ ਬਹੁਤ ਪੰਗੇ ਪਏ ਹੋਏ ਆ। ਬੰਦਿਆਂ ਨੇ ਇੱਥੋਂ ਦੇ ਚੈਲੰਜ ਐਗਜ਼ਾਮ ਪਾਸ ਕਰ ਲਏ ਤੇ ਉਹਨਾਂ ਦੇ ਲਾਇਸੈਂਸ ਰੱਦ ਹੋ ਗਏ ਹੁਣ, ਕਿਉਂਕਿ ਉਹ ਰਿਕਗਨਾਈਜ਼ ਹੈ ਨਹੀਂ ਸੀ ਇੰਡੀਆ ਦੇ ਵਿੱਚ। ਇੱਥੇ ਉਹ ਕਿਹਨੇ ਕਰਨਾ? ਇਸ ਕਰਕੇ ਕਾਫੀ ਵੱਡਾ ਮੁੱਦਾ ਹੈ ਇਹ ਤਾਂ ਵਿਗੜ ਗਈ। ਚਲੋ 3 ਕਾਲਜ ਆ ਜਿਹੜੇ, ਉਹ 4 ਕਾਲਜਾਂ ਦਾ ਸਮੱਸਿਆ ਹੋ ਗਈ, ਤਾਂ ਇੱਥੇ ਵੀ ਹੋਊਗੀ, BC ਦੇ ਵਿੱਚ ਵੀ ਹੋਊਗੀ, ਕਿਉਂਕਿ ਮਨੀ ਹੈ। ਮਨੀ ਜਿੱਥੇ ਮਨੀ ਲਾਂਡਰਿੰਗ ਹੁੰਦੀ ਹੈ ਉਹ ਆਈ ਹੋਊਗੀ। ਇਸ ਕਰਕੇ ਫੈਡਰਲੀ ਕੋਈ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜਿਹਦੇ ਨਾਲ ਪ੍ਰੀਵੈਂਸ਼ਨ ਨੂੰ ਉਹਦੀਆਂ ਜਿਹੜੀਆਂ ਇੰਸਟਰਕਸ਼ਨ ਆ ਉਹ ਫਾਲੋ ਕਰਨੀਆਂ ਚਾਹੀਦੀਆਂ। ਬਸ ਸਿੰਪਲ ਚੀਜ਼ ਹੈ, ਇਹੋ ਜਿਹੀ ਕੋਈ ਕਾਨੂੰਨ ਬਣਾਓ ਤੁਸੀਂ, ਕਿਉਂਕਿ ਇਹ ਤਾਂ ਹੋ ਗਿਆ, ਹੋਰ ਹੋ ਜਾਣਗੇ ਫਿਰ। ਇਹ ਜਿੱਦਾਂ ਤੁਸੀਂ ਸ਼ਾਇਰੀ ਜੀ ਨੇ ਕਿਹਾ ਵੀ ਇਹ ਸਟੂਡੈਂਟ ਵਿਚਾਰੇ ਇੱਧਰ ਤੁਰੇ ਫਿਰਨਗੇ, ਫਿਰ ਤਾਂ ਉਹ ਪੋਲੀਟਿਕਸ ਆ ਗਈ। ਦਿਸ ਇਜ਼ ਨਾਟ ਬਿਲੋਂਗ ਟੂ ਦਾ ਪੋਲੀਟੀਕਲ ਸਿਸਟਮ। ਤੁਸੀਂ ਲਾਇਰ ਹੈ, ਪੋਲੀਟੀਕਲ ਸਿਸਟਮ, ਤੁਸੀਂ ਪੋਲੀਟੀਕਲ ਸਾਇੰਸ ਪੜ੍ਹੀ ਆ, ਉਹਦੇ ਵਿੱਚ ਸਿਸਟਮ ਅਨੁਸ਼ਾਸਨ ਕੀ ਹੁੰਦਾ, ਉਹ ਲਾ ਦੇ ਵਿੱਚ ਇਹੀ ਚੀਜ਼ਾਂ ਆਉਂਦੀਆਂ। ਲਾ ਦੇ ਘਾੜੇ ਕੀ ਹੁੰਦੇ ਆ? ਕਾਨੂੰਨ ਬਣ ਜਾਂਦਾ, ਕਾਨੂੰਨ ਨੂੰ ਬਾਅਦ ਚ ਲੋਕਾਂ ਨੂੰ ਅੱਧਿਆਂ ਨੂੰ ਤਾਂ ਕਾਨੂੰਨ ਦਾ ਪਤਾ ਹੀ ਨਹੀਂ ਹੁੰਦਾ। ਕਲਾਸ ਕਿਹਨੂੰ ਪਤਾ? ਉਹ ਕਲਾਸ ਦੇ ਤਾਂ ਪੈਸੇ ਲੈਂਦੇ ਆ, ਕੋਈ $1000 ਮੰਗਦਾ, ਕੋਈ 2000। ਜਿਹੜੇ ਫ੍ਰੀ ਮਿਲਣੇ ਆ ਉਹਨਾਂ ਨੇ ਤਾਂ ਉਹਦਾ ਲੜਨਾ ਨਹੀਂ ਉਹ ਕੇਸ। ਇਸ ਕਰਕੇ ਜਿਹੜੀ ਫਿਊਚਰ ਦੀ ਪ੍ਰੋਬਲਮ ਹੈ ਉਹਦੇ ਬਾਰੇ ਜ਼ਰੂਰ ਤੁਸੀਂ ਬੋਲੋ, ਔਰ ਉਹਦੇ ਬਾਰੇ ਤੁਹਾਡਾ ਕੋਈ ਕਾਨੂੰਨ ਜਿਹੜਾ ਉਹ ਹੋਣਾ ਚਾਹੀਦਾ ਵੀ ਹਾਂ ਭਾਈ ਆਹ ਪ੍ਰੀਵੈਂਸ਼ਨ ਅਸੀਂ ਤੁਹਾਨੂੰ ਆਹ ਦੇਤੀਆਂ ਇੰਸਟਰਕਸ਼ਨਾਂ, ਤੁਸੀਂ ਉਹਨੂੰ ਫਾਲੋ ਕਰੋ। ਹੁਣ ਤਾਂ ਉਹ ਹੋ ਗਈ ਵੀ ਉੱਤੋਂ ਬਿੱਲੀ, ਉਹ ਪੰਜਾਬੀ ਦੀ ਕਹਾਵਤ ਵਾਲੀ ਗੱਲ ਹੋ ਗਈ ਵੀ ਥੱਲੇ ਨਹੀਂ ਕੋਈ ਪੁੱਛਦਾ, ਉੱਤੇ ਨਹੀਂ ਕੋਈ ਪੁੱਛਦਾ। ਠੀਕ ਆ, ਅਸੀਂ ਵੀ ਕਿੰਨਾ ਕੁ ਬੋਲ ਸਕਦੇ ਹਾਂ। ਮੇਰੇ ਵਰਗੇ ਜਿਹੜੇ ਕਾਲਰ ਉਹ ਕਿੰਨਾ ਚਿਰ ਬੋਲੀ ਜਾਣਗੇ? ਮੈਂ ਕਹੂੰਗਾ ਮੈਨੂੰ ਕੀ ਲੋੜ ਹੈ? ਨਹੀਂ, ਪਰ ਅਸੀਂ ਕਹਿੰਦੇ ਇਨਸਾਨ ਪਹਿਲਾਂ। ਕੱਲ ਵੀ ਮੈਂ ਇਹ ਬੋਲਿਆ ਸੀਗਾ, ਉਹਨਾਂ ਬੱਚਿਆਂ ਨੂੰ ਦੇਖ ਕੇ ਜੇ ਸੁਸਾਈਡ ਹੋਣ ਲੱਗ ਕੇ ਇਹਨਾਂ ਦੀਆਂ ਲਾਸ਼ਾਂ ਮਿਲਣ ਲੱਗ ਗਈਆਂ, ਕਿੱਥੇ ਮੂੰਹ ਦਿਖਾਵਾਂਗੇ ਅਸੀਂ ਲੋਕ? ਇਹ ਇੰਡੀਆ ਥੋੜੋ, ਇੰਡੀਆ ਅਸੀਂ ਇੱਥੇ ਟੈਕਸ ਦਿੰਦੇ ਆ, ਟੈਕਸ ਪੇਅਰ ਹਾਈ ਟੈਕਸ ਦਿੰਦਾ। ਸਿਸਟਮ ਹੈ ਜਿਹੜਾ ਉਹ ਤਾਂ ਸੁੱਤਾ ਪਿਆ। ਕੱਲ ਨੂੰ ਇਹੀ ਬੱਚੇ, ਜਿਵੇਂ ਕੱਲ ਤੁਸੀਂ ਉਹ ਮਾੜਾ ਜਿਹਾ ਉਹਨਾਂ ਨੇ ਕਿਹਾ ਸੀਗਾ ਵੀ ਅੱਧੇ ਬੱਚੇ ਸੁਸਾਈਡ ਕਰ ਲੈਣਗੇ, ਜੇ 10 ਬੱਚੇ ਵੀ ਸੁਸਾਈਡ ਕਰ ਗਏ ਸਾਡੀਆਂ ਨੀਵੀਆਂ ਪੈ ਜਾਣਗੀਆਂ। ਅਸੀਂ ਤਾਂ ਇੱਕ ਬੰਦਾ ਨਹੀਂ ਮਾਰਨ ਦਿੰਦੇ। ਕੈਨੇਡਾ ਦੀ ਹਿਸਟਰੀ ਨੂੰ ਪੜ੍ਹ ਕੇ ਦੇਖੋ ਪਿੱਛੇ, ਜਦੋਂ ਇੱਕ ਬੰਦਾ ਮਰਦਾ ਸੀ ਤਾਂ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਉਹ ਟਰੂਡੋ ਦੇ ਫਾਦਰ ਵਰਗੇ ਨੀਵੀਆਂ ਪਾ ਜਾਂਦੇ ਸੀ ਉਹਨਾਂ ਟਾਈਮਾਂ ਦੇ ਵਿੱਚ। ਸੋ ਇਸ ਕਰਕੇ ਇਹ ਸਮੱਸਿਆ ਬਹੁਤ ਵੱਡੀ ਆ। ਮੈਂ ਤੁਹਾਡਾ ਵੀ ਧੰਨਵਾਦ ਕਰਦਾ, ਤੁਸੀਂ ਅੱਜ ਇਹਨਾਂ ਦੇ ਸੱਦੇ ਦੇ ਉੱਤੇ ਆਏ ਆ। ਸੋ ਇਹ ਸਮੱਸਿਆ ਕਾਫੀ ਗੰਭੀਰ ਹੈ, ਇਹਨੂੰ ਪੋਜ਼ਿਟਿਵ ਲੈ ਕੇ ਆਪਾਂ ਕੋਈ ਇਹੋ ਜਿਹਾ ਸੋਲੂਸ਼ਨ, ਤੁਸੀਂ ਸਾਡੇ ਮੈਂਬਰ ਆਫ ਪਾਰਲੀਮੈਂਟ ਆ, ਚਲੋ ਤੁਹਾਡਾ ਨਹੀਂ ਏਰੀਆ ਤਾਂ ਹੈ ਨਹੀਂਗਾ ਉਹ, ਕਿਉਂਕਿ ਟੋਟਲੀ ਜਿਹੜਾ ਕਵੈਕ ਆ ਉਹਦਾ ਡਿਫਰੈਂਟ ਆ, ਪਰ ਇਹ ਹਿਊਮਨ ਰਾਈਟਸ ਦੇ ਥੱਲੇ ਤਾਂ ਆ ਜਾਂਦਾ ਨਾ ਵੀ ਕੋਈ ਏਦਾਂ ਕਰੇ। ਸੋ ਇੰਨਾ ਹੀ ਮੇਰੇ ਵਿਚਾਰ ਸੀ। ਥੈਂਕ ਯੂ ਤੁਹਾਡਾ ਸਮਾਂ। ਥੈਂਕ ਯੂ ਬਰਾੜ ਸਾਹਿਬ, ਥੈਂਕ ਯੂ ਸੋ ਮਚ। ਜੀ ਰਣਦੀਪ ਜੀ। ਹਾਂਜੀ, ਦੇਖੋ ਉਹਨਾਂ ਦੀ ਗੱਲ ਵੈਰੀ ਬਰਾੜ ਸਾਹਿਬ ਦੀ ਚੰਗੀ ਹੈ ਕਿ ਇਹਨਾਂ ਦੇ ਉੱਤੇ ਕਾਨੂੰਨ ਦੀ ਪਾਲਣਾ ਕਰਨੀ ਪੈਣੀ ਆ, ਉਹ ਚਾਹੀਦੀ ਆ। ਪਰ ਅਗੇਨ ਉਹਨਾਂ ਨੂੰ ਕਾਨੂੰਨ ਦੇ ਉੱਤੇ ਕੰਪਲੇਂਟ ਕਰਨਗੇ ਤਾਂ ਹੋਊਗਾ ਨਾ। ਆਪਾਂ ਟੀਵੀ ਦੇ ਉੱਤੇ ਆ ਕੇ ਜਾਂ ਕੱਲਾ ਕੰਪਲੇਨ ਕਰਕੇ ਜਾਂ ਮੁਜ਼ਾਹਰੇ ਕਰਕੇ ਨਹੀਂ। ਜੇ ਉਹ ਨਹੀਂ ਕਾਨੂੰਨੀ ਤੌਰ ਤੇ ਸੂ ਕੀਤਾ ਤੇ ਕਾਨੂੰਨੀ ਤੌਰ ਤੇ ਲਾਅ ਨੇ ਜਾਂ ਜੱਜ ਨੇ ਕਹਿ ਦਿੱਤਾ ਕਿ ਨਹੀਂ ਬਈ ਤੁਹਾਡੀ ਫੀਸ ਨਹੀਂ ਮੈਂ ਮੋੜਨੀ ਜਾਂ ਤੁਹਾਡਾ ਹੱਕ ਨਹੀਂ ਬਣਦਾ, ਫੇਰ ਕਾਨੂੰਨ ਦੀ ਚੇਂਜ ਕਰਨ ਦੀ ਲੋੜ ਹੈ। ਪਰ ਆਪਾਂ ਟੂਲ ਕੈਨੇਡਾ ਦੇ ਵਿੱਚ ਇਹੀ ਬਣਾਏ ਆ, ਜਦੋਂ ਕੋਈ ਕਿਸੇ ਨਾਲ ਧੱਕਾ ਕਰਦਾ, ਫਾਈਨੈਂਸ਼ਲੀ ਕਿਸੇ ਨਾਲ ਫਰਾਡ ਕਰਦਾ, ਇੰਡੀਵਿਜੂਅਲ ਇੱਕ ਦੂਜੇ ਨੂੰ ਪੇ ਨਹੀਂ ਕਰਦਾ, ਸਾਡਾ ਕਾਨੂੰਨੀ ਤੌਰ ਤੇ ਇਹੀ ਹੈ ਕਿ ਉਹਨੂੰ ਕੋਰਟ ਦੇ ਵਿੱਚ ਜਾਓ। ਔਰ ਜਿਹੜਾ ਸਿੰਪਲੀਫਾਈਡ ਆ ਛੋਟੇ ਦਰਜੇ ਉਹਨਾਂ ਲਈ ਸਮਾਲ ਕਲੇਮ ਕੀਤਾ, ਸੋ ਜਿਹੜਾ ਕਿ ਆਮ ਤੌਰ ਤੇ 25 ਤੋਂ 30 ਹਜ਼ਾਰ ਤੱਕ ਹੁੰਦਾ, ਵੇਰੀਅਸ ਪ੍ਰੋਵਿੰਸਾਂ ਦੇ ਆਪ ਦੇ ਜੁਰਿਸਡਿਕਸ਼ਨ ਹੈਗੇ ਆ। ਔਰ ਫਾਰਮ ਵੀ ਬੜੇ ਈਜ਼ੀ ਬਣਾਏ ਹੁੰਦੇ ਆ ਕਿ ਤੁਸੀਂ ਕਹਿਣਾ ਆਪਣੀ ਲੈਂਗੁਏਜ ਦੇ ਵਿੱਚ ਲਿਖਣਾ ਹੁੰਦਾ ਕਿ ਮੇਰੇ ਨਾਲ ਕੀ ਹੋਇਆ, ਮੈਨੂੰ ਕੀ ਪੈਸੇ ਉਹ ਕਰਦੇ, ਫਿਰ ਉਹ ਆਪਣੇ ਆਪ ਈਵਨ ਵੈਰੀ ਸਿੰਪਲਿਸਟਿਕ ਤਰੀਕੇ ਦੇ ਨਾਲ ਉਹ ਸੈਟਲਮੈਂਟ ਕਾਨਫਰੰਸ ਕਰਦੇ ਹੁੰਦੇ, ਜਿੱਥੇ ਪੁੱਛਦੇ ਹੁੰਦੇ ਤੁਸੀਂ ਦੱਸੋ ਕੀ ਤੁਹਾਨੂੰ ਧੱਕਾ ਹੋਇਆ, ਦੂਜੇ ਨੂੰ ਪੁੱਛਦੇ ਕਾਹਤੇ ਨਹੀਂ ਤੁਸੀਂ ਦਿੱਤੇ, ਫਿਰ ਉਹ ਜੱਜਮੈਂਟ ਜੇ ਉੱਥੇ ਫੈਸਲਾ ਹੋ ਸਕਦਾ ਉੱਥੇ ਉਹ ਕਰ ਦਿੰਦੇ ਆ, ਜੇ ਨਹੀਂ ਹੁੰਦਾ ਫਿਰ ਉਹ ਟਰਾਇਲ ਤੱਕ ਲੈ ਕੇ ਜਾਂਦੇ ਆ। ਉਹ ਟਰਾਇਲ ਵੀ ਬੜੀ ਸਿੰਪਲ ਤਰੀਕੇ ਦੇ ਨਾਲ ਕਰਦੇ ਆ, ਜੱਜ ਤੁਹਾਨੂੰ ਸਟੈਪ ਬਾਈ ਸਟੈਪ ਗਾਈਡ ਵੀ ਕਰਦਾ। ਪਰ ਜੇ ਤੁਸੀਂ ਐਪਲੀਕੇਸ਼ਨ ਨਹੀਂ ਉਹਨੂੰ ਕਰਨੀ, ਫਿਰ ਅਸੀਂ ਕਹੀਏ ਕਿ ਸਾਡਾ ਸੁਣਾਈ ਨਹੀਂ ਕੋਈ ਕੀਤੀ ਗਈ, ਉਹ ਵੀ ਗਲਤ ਹੈ ਨਾ। ਸੋ ਸਾਡੇ ਉਹ ਟੂਲ ਬਣੇ। ਇਸੇ ਤਰ੍ਹਾਂ ਜੇ ਕੰਸਲਟੈਂਟਾਂ ਨੇ ਕੋਈ ਗਲਤ ਕੀਤਾ, ਕੰਸਲਟੈਂਟਾਂ ਦੀ ਬਾਡੀ ਆ, ਕੰਸਲਟੈਂਟ ਨੂੰ ਤੁਸੀਂ ਕੰਪਲੇਨ ਕਰ ਸਕਦੇ, ਕੰਸਲਟੈਂਟ ਦੇ ਉੱਤੇ ਤੋਂ ਇਨਵੈਸਟੀਗੇਸ਼ਨ ਹੁੰਦੀ ਆ। ਹੁਣ ਬੜਾ ਵੱਡਾ ਬਜਟ ਉਹਨਾਂ ਨੂੰ ਦਿੱਤਾ ਗਿਆ ਔਰ ਸਰਕਾਰੀ ਬੋਰਡ ਹੈਗਾ ਉਹਦੇ ਉੱਤੇ, ਪਰ ਜੇ ਅਸੀਂ ਕੀਤੀ ਨਹੀਂ ਉਹਨੂੰ ਆਟੋਮੈਟਿਕਲੀ ਨਹੀਂ ਕਰਨਾ। ਇਹ ਮੈਂ ਬਹੁਤ ਵਾਰੀ ਇਸ ਸ਼ੋਅ ਤੇ ਵੀ ਆ ਕੇ ਕਿਹਾ ਕਿ ਜੋ ਵੀ ਚੀਜ਼ ਹੈਗੀ ਆ, ਸਾਡਾ ਕੋਈ ਪੁਲਿਸ ਸਟੇਟ ਨਹੀਂ ਹੈਗਾ ਕਿ ਪੁਲਿਸ ਨੇ ਆਪਣੇ ਆਪ ਹੀ ਜਾ ਕੇ ਲੋਕਾਂ ਦੇ ਠੋਲੇ ਖੜਕਾਉਣੇ ਤੇ ਲੋਕਾਂ ਨੂੰ ਘਰੋਂ ਬਾਹਰ ਕੱਢ ਕੇ ਉਹਨਾਂ ਨੂੰ ਅਰੈਸਟ ਕਰਕੇ ਪੁੱਛਣਾ ਕੀ ਹੈਗਾ। ਸਾਨੂੰ ਕੰਪਲੇਨ ਕਰਨੀ ਪਊਗੀ, ਸਾਨੂੰ ਕਾਨੂੰਨੀ ਕਾਰਵਾਈਆਂ ਕਰਨੀਆਂ
ਕਰਨੀਆਂ ਪੈਣੀਆਂ ਸਾਨੂੰ, ਜਿੱਥੇ ਜਿਹੜਾ ਹਸਤੀ ਗਲਤ ਕਰਦਾ ਉਸ ਬਾਡੀ ਕੋ ਜਾ ਕੇ ਕਰੈਕਟ ਥਾਂ ਤੇ ਜਾ ਕੇ ਤੁਹਾਨੂੰ ਕੰਪਲੇਨ, ਫਿਰ ਜੇ ਕਾਨੂੰਨ ਨੇ ਨਹੀਂ ਸੁਣਿਆ ਤੁਹਾਡਾ, ਫਿਰ ਬਾਡੀ ਜਿਹੜਾ ਲਾਅ ਤੱਕ ਆਉਂਦਾ ਹੁੰਦਾ ਵੀ ਆਹ ਕਾਨੂੰਨ ਬਣਿਆ ਸੀ ਪਰ ਇਹ ਇਫੈਕਟਿਵ ਨਹੀਂ ਸੀਗਾ, ਆਹ ਵਿਅਕਤੀ ਜਿਹੜੇ ਵਿਕਟਮ ਹੋਏ ਗਏ, ਅਸੀਂ ਕਿਸ ਤਰ੍ਹਾਂ ਇਹ ਕਾਨੂੰਨ ਨੂੰ ਚੇਂਜ ਕਰੀਏ। ਸੋ ਇਹ ਜਿਵੇਂ ਇਹਨਾਂ ਨਾਲ ਫਰਾਡ ਹੋਇਆ, ਆਮ ਵਿਅਕਤੀ ਨਾਲ ਵੀ ਹੋ ਸਕਦਾ, ਇਹ ਇਕੱਲਾ ਇੰਟਰਨੈਸ਼ਨਲ ਸਟੂਡੈਂਟ ਨਾਲ ਨਹੀਂ, ਇਹ ਕਿਸੇ ਨਾਲ ਵੀ ਹੋ ਸਕਦਾ। ਤੁਸੀਂ ਕਲਾਸ ਲਈ ਪੇ ਕੀਤਾ, ਤੁਹਾਡੀ ਕਲਾਸ ਉਹਨੇ ਕੈਂਸਲ ਕਰਤੀ, ਰੀਫੰਡ ਨਹੀਂ ਕੀਤਾ, ਇਹ ਤੁਹਾਡਾ ਲੀਗਲ ਐਕਸ਼ਨ ਬਣਦਾ ਆ। ਪਰ ਗਵਰਨਮੈਂਟ ਉਹਨੂੰ ਇਨਸ਼ੋਰ ਨਹੀਂ ਕਰਦੀ ਹੈਗੀ। ਇਹ ਤੁਹਾਨੂੰ ਬਾਇਰ ਬੀਵੇਅਰ ਕਹਿੰਦੇ ਹੁੰਦੇ ਆ। ਕਾਲਜਾਂ ਦਾ ਰੈਕਡ ਚੈੱਕ ਕਰਿਆ ਕਰੋ, ਗੂਗਲ ਦੇ ਉੱਤੇ ਦੇਖਿਆ ਕਰੋ, ਰਿਵਿਊਜ਼ ਦੇਖਿਆ ਕਰੋ, ਉਹਨਾਂ ਦੀਆਂ ਸ਼ਿਕਾਇਤਾਂ ਤਾਂ ਨਹੀਂ ਲੱਗੀਆਂ, ਉਹਨਾਂ ਦੀ ਫਾਈਨੈਂਸ਼ੀਅਲ ਵੈਲ ਬੀਇੰਗ ਜੇ ਉਹ ਪਬਲਿਕਲੀ ਟ੍ਰੇਡਡ ਕਾਲਜ ਆ ਉਹ ਦੇਖਿਆ ਕਰੋ। ਇਹ ਆਪਣੀ ਵੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਦੇਖੀਏ ਕਿ ਅਸੀਂ ਪੈਸੇ ਦੇਣ ਲੱਗੇ ਤੇ ਕੀ ਰਿਵਿਊ ਹੈਗੇ, ਵਿਅਕਤੀ ਕਿਸ ਤਰ੍ਹਾਂ ਦਾ ਹੈਗਾ। ਆਪਾਂ ਵਕੀਲ ਵੀ ਚੁਣਦੇ ਆ, ਵਕੀਲ ਦੇ ਵੀ ਰਿਵਿਊ ਦੇਖੀਦੇ ਹੁੰਦੇ ਆ, ਉਹ ਵਿਅਕਤੀ ਦੇ ਉੱਤੇ ਕੰਪਲੇਂਟਾਂ ਤਾਂ ਨਹੀਂ, ਉਹਦਾ ਲਾਅ ਸੁਸਾਇਟੀ ਦੀ ਸਟੈਂਡਿੰਗ ਚੰਗੀ ਆ, ਕੀ ਇਸ਼ੂ ਹੈਗੇ। ਸੋ ਸਾਰੀਆਂ ਚੀਜ਼ਾਂ ਦੀ ਸਾਡੀ ਵੀ ਥੋੜ੍ਹੀ ਜਿਹੀ ਜ਼ਿੰਮੇਵਾਰੀ, ਅਸੀਂ ਅਣਜਾਣ ਹੋ ਕੇ ਨਹੀਂ ਪੈਸੇ ਦੇਣੇ ਚਾਹੀਦੇ। ਇਸੇ ਤਰ੍ਹਾਂ ਕਾਨੂੰਨੀ ਤੌਰ ਤੇ ਵੀ ਅਸੀਂ ਤਦੇ ਕੀਤਾ, ਤੁਸੀਂ ਟਿਊਸ਼ਨ ਆਪਣੀ ਜਮ੍ਹਾਂ ਕਰਨੀ ਆ GIC ਦੇ ਵਿੱਚ, ਇੰਡੀਆ ਦੇ ਵਿੱਚ ਤੁਹਾਨੂੰ ਪਹਿਲੇ ਸਮੈਸਟਰ ਦਾ ਤੁਸੀਂ ਦੇਣਾ, ਜਦੋਂ ਤੁਸੀਂ ਪਾਸ ਕਰ ਲਿਆ ਦੂਸਰਾ ਸਮੈਸਟਰ ਉਹਨੇ ਆਪਣੇ ਆਪ ਹੀ 19 ਰਿਲੀਜ਼ ਹੁੰਦੀ ਆ, ਉਹ ਮੈਂ ਐਗਜ਼ੈਕਟ ਨਹੀਂ ਦੱਸਿਆ, ਪਰ ਸਟੈਪ ਬਾਈ ਸਟੈਪ ਤੁਹਾਨੂੰ ਪੈਸੇ ਮਿਲਦੇ। ਇਹ ਵੀ ਹੈਗਾ ਕਿ ਮਾਪਿਆਂ ਦੇ ਵੀ ਬੱਚੇ ਬਚਾਉਣ ਵਾਸਤੇ ਉਹ ਸਿਸਟਮ ਬਣਿਆ ਗਿਆ ਕਿ ਬੱਚਾ ਇੱਕੋ ਮਹੀਨੇ ਦੇ ਵਿੱਚ ਹੀ ਸਾਰਾ ਫੂਕ ਨਾ ਦੇਵੇ ਪੈਸਾ, ਜਿਹੜਾ ਉਹ ਸਲੋਲੀ ਜਿੱਦਾਂ ਉਹਨੂੰ ਸਾਲ ਦੇ ਵਿੱਚ ਖਰਚਣ ਦੀ ਲੋੜ ਪੈਂਦੀ ਉਹਦੇ ਮੁਤਾਬਕ ਹੀ ਉਹ ਆਪਣਾ ਰਿਲੀਜ਼ ਕਰਕੇ ਆਪਣਾ ਖਰਚਾ ਵਰਤੇ। ਇਦਾਂ ਦੀ ਚੀਜ਼ ਬਣੇ ਆ, ਪਰ ਜੇ ਅਸੀਂ ਉਹਦੀ ਅਲੰਘਣਾ ਆਪਣੇ ਆਪ ਕਰਕੇ ਫਿਰ ਉਹ ਵੀ ਸਰਕਾਰ ਤੇ ਬਲੇਮ ਕਰੀ, ਉਹ ਵੀ ਨਹੀਂ ਫੇਰ ਹੈਗੀ ਗੱਲ। ਰਣਦੀਪ ਜੀ, ਇੱਥੇ ਗੱਲ ਸਰਕਾਰ ਦੇ ਬਲੇਮ ਦੀ ਨਹੀਂ, ਸ਼ਾਇਦ ਬਹੁਤ ਸਾਰੇ ਜਿਹੜੇ ਵਿਦਿਆਰਥੀ, ਤੁਸੀਂ ਸਹੀ ਕਿਹਾ ਵੀ ਕਿਸੇ ਦੇ ਵੀ ਫਰਾਡ ਤਾਂ ਸ਼ਾਇਦ ਪੈਰ ਪੈਰ ਦੇ ਉੱਤੇ ਇੱਥੇ ਹੁੰਦਾ ਹੈਗਾ। ਹੁਣ ਗੱਲ ਰਹੀ ਟੂਲ ਦੀ, ਤੁਸੀਂ ਕਿਹਾ ਵੀ ਕੈਨੇਡੀਅਨ ਸਰਕਾਰ ਨੇ ਇੱਦਾਂ ਟੂਲ ਬਣਾਏ ਤੇ ਇੱਦਾਂ ਰੂਲ ਬਣਾਏ ਹੋਏ ਨੇ। ਹੁਣ ਉਹ ਟੂਲ ਤੇ ਜਿਹੜੇ ਰੂਲ ਨੇ ਉਹ ਜਿਹੜੇ ਇੰਡੀਆ ਦੇ ਵਿੱਚ ਇਸ ਕੇਸ ਦੇ ਵਿੱਚ 85% 90% ਜਿਹੜੇ ਸਟੂਡੈਂਟਸ ਨੇ ਉਹ ਇੰਡੀਆ ਤੋਂ ਮੰਨੇ ਜਾ ਰਹੇ ਨੇ। ਉੱਥੇ ਬੈਠਾ ਇੱਕ ਸਟੂਡੈਂਟ ਤੇ ਉਹਦੇ ਪੈਰੈਂਟਸ ਦੀ ਪਹੁੰਚ ਤੁਸੀਂ ਕਿੰਨੇ ਕੁ ਮੰਨਦੇ ਹੋ? ਜਦੋਂ ਉਹਨਾਂ ਨੇ ਰਿਸਰਚ ਕਰਨਾ, ਕਿੰਨੇ ਕੁ ਰਿਵਿਊ ਮਿਲ ਜਾਣਗੇ? ਕਿਸੇ ਵੀ ਕਾਲਜ ਦੇ ਵਿੱਚ, ਪ੍ਰਾਈਵੇਟ ਕਾਲਜਸ ਦੀ ਇੰਨੀ ਸਾਰੀ ਲਿਸਟ ਹੈ, ਉਹਨਾਂ ਨੇ ਐਡਮਿਸ਼ਨ ਦਵਾਉਣੀ ਆਪਣੇ ਬੱਚੇ ਨੂੰ, ਜਿੱਥੇ ਐਡਮਿਸ਼ਨ ਦੀ ਉਹ ਐਲੀਜੀਬਲ ਲੱਗ ਰਿਹਾ, ਜਾਂ ਕਿਉਂਕਿ ਇੰਨੀ ਨੌਲੇਜ ਨਹੀਂ ਹੁੰਦੀ, ਉੱਥੇ ਰਿਵਿਊ ਇੱਦਾਂ ਦੇ ਨਹੀਂ ਪਾਏ ਹੁੰਦੇ। ਰਿਵਿਊਜ਼ ਦੀ ਗੱਲ ਕਰ ਰਹੇ ਹੋ, ਉਹ ਤਾਂ ਫੇਕ ਵੀ ਅੱਜ ਕੱਲ੍ਹ ਹੋ ਜਾਂਦੇ ਨੇ। ਸੋ ਜਿਹੇ ਦੇ ਵਿੱਚ ਜਦੋਂ ਪੈਰੈਂਟਸ ਹੁੰਦੇ ਨੇ, ਇਨੋਸੈਂਟ ਪੈਰੈਂਟਸ, ਤੇ ਉਹਨਾਂ ਦਾ ਬੱਚਾ, ਕਿੰਨੀ ਕੁ ਏਜ ਹੁੰਦੀ ਹੋਏਗੀ ਇਹਨਾਂ ਵਿਦਿਆਰਥੀਆਂ ਦੀ, ਕਿੰਨਾ ਕੁ ਰਿਸਰਚ ਕਰ ਸਕਦੇ ਨੇ ਐਡੀ ਦੂਰ ਬੈਠੇ ਇੱਕ ਪਰਸਨ ਵਾਸਤੇ, ਐਡੀ ਦੂਰ ਬੈਠੇ ਇੱਕ ਕਾਲਜ ਲਈ। ਕਾਲਜ ਮੀਨਸ ਇੱਕ ਵੱਡਾ ਅਦਾਰਾ ਜਿੱਥੇ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਨੇ। ਸੋ ਉਹਨਾਂ ਦੀ ਨਜ਼ਰ ਦੇ ਵਿੱਚ ਇਹੀ ਹੁੰਦਾ, ਇਸ ਲਈ ਐਡਮਿਸ਼ਨ ਵੀ ਕਰਾਉਂਦੇ ਨੇ। ਔਰ ਸ਼ਾਇਦ ਇਹਦੇ ਵਿੱਚ ਇੱਕ ਗੱਲ ਹੋਰ ਹੈ ਰਣਦੀਪ ਜੀ, ਕਿਤੇ ਨਾ ਕਿਤੇ ਕੈਨੇਡੀਅਨ ਸਰਕਾਰ ਦੇ ਰੂਲਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਰੂਲਸ ਦੇ ਉੱਤੇ ਸ਼ਾਇਦ ਇੰਨਾ ਕੁ ਜ਼ਿਆਦਾ ਟਰਸਟ ਕਰਦੇ ਨੇ ਨਾ ਸਟੂਡੈਂਟਸ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਹੁੰਦੀ। ਲੱਖਾਂ ਦੀ ਗਿਣਤੀ ਦੇ ਵਿੱਚ ਇੰਡੀਆ ਤੋਂ ਅਦਰ ਜਿਹੜੀਆਂ ਥਾਵਾਂ ਨੇ, ਅਦਰ ਕੰਟਰੀਜ਼ ਦੇ ਵਿੱਚੋਂ ਬੱਚਾ ਕੈਨੇਡਾ ਦੇ ਕਾਲਜਸ ਦੇ ਵਿੱਚ ਐਡਮਿਸ਼ਨ ਲੈਂਦਾ। ਤਾਂ ਜੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਏਗਾ, ਇੰਨਾ ਫੇਥ ਆ ਉਹਨਾਂ ਨੂੰ, ਪਤਾ ਵੀ ਜੇ ਅਸੀਂ ਫਸ ਗਏ ਜਾਂ ਕੋਈ ਇੱਦਾਂ ਦੀ ਚੀਜ਼ ਹੋਈ, ਕੈਨੇਡੀਅਨ ਸਰਕਾਰ ਤਾਂ ਸਾਡੀ ਬਾਂਹ ਫੜੇਗੀ। ਉਹਨਾਂ ਨੂੰ ਪ੍ਰੋਵਿੰਸ ਦੀ ਸਰਕਾਰ ਦਾ ਨਹੀਂ ਪਤਾ, ਉਹ ਸਿਰਫ ਇੱਕ ਵਰਡ ਯੂਜ਼ ਕਰਦੇ ਨੇ, ਕੈਨੇਡੀਅਨ ਸਰਕਾਰ। ਇਹ ਉਹ ਗੱਲ ਹੈ ਜਿਹੜੀ ਮੇਰੀ ਕੱਲ੍ਹ ਇੰਟਰਵਿਊ ਹੋ ਚੁੱਕੀ ਹੈ ਬਹੁਤ ਸਾਰੇ ਸਟੂਡੈਂਟਸ ਨਾਲ, ਜਿੱਥੇ ਤਮਾਮ ਸਟੂਡੈਂਟਸ ਦੇ ਮੂੰਹ ਲਾਈਵ ਦੇ ਸ਼ੋਅ ਦੇ ਵਿੱਚ ਮਾਰਨਿੰਗ ਦੇ ਵਿੱਚ ਉਹ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਸੁਸਾਈਡ ਕਰਨ ਨੂੰ ਦਿਲ ਕਰਦਾ। ਰਣਦੀਪ ਜੀ, ਕੀ ਇਹ ਵਰਡ ਛੋਟਾ ਹੈ? ਇੰਡੀਆ ਦੇ ਵਿੱਚ ਬੈਠੇ ਸਟੂਡੈਂਟਸ ਜਿਨ੍ਹਾਂ ਨੇ ਐਡਮਿਸ਼ਨ ਲਈ ਇੱਥੇ ਆਉਣਾ ਸੀਗਾ, ਜਿਹੜੇ ਉੱਥੇ ਆਨਲਾਈਨ ਕਲਾਸਾਂ ਦੀਆਂ ਫੀਸਾਂ ਭਰ ਕੇ ਬੈਠੇ ਹੋਏ ਨੇ, ਇੰਤਜ਼ਾਰ ਕਰ ਰਹੇ ਸੀਗੇ ਕਿ ਅਗਲੇ ਸੈਸ਼ਨ 'ਚ ਸ਼ਾਇਦ ਅਸੀਂ ਇੱਥੇ ਆ ਜਾਵਾਂਗੇ ਕੈਨੇਡਾ, ਉਹ ਹੁਣ ਸਾਰਾ ਧਰਿਆ ਧਰਾਇਆ ਰਹਿ ਗਿਆ। ਉਹ ਉੱਥੇ ਇੰਨੀ ਦੂਰ ਬੈਠੇ ਕਿਹਨੂੰ ਇੱਥੇ ਕਹਿਣ ਵੀ ਸਾਡੇ ਪੈਸੇ ਕੌਣ ਮੋੜੂਗਾ ਵਾਪਸ, ਸਾਡਾ ਰਿਫੰਡ ਕਿਵੇਂ ਆਏਗਾ, ਅਸੀਂ ਕਿਹੜੇ MP ਕੋ ਜਾਈਏ, ਕਿਹੜੇ MLA ਕੋ ਜਾਈਏ, ਕਿਹੜੇ ਕੰਸਲਟੈਂਟ ਕੋ ਜਾਈਏ, ਕੀ ਕਰੀਏ? ਤੁਸੀਂ ਸੋਚੋ ਵੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਬੰਦੇ ਦੇ ਅੰਦਰ ਕਿੱਦਾਂ ਦਾ ਡਿਪਰੈਸ਼ਨ ਆਉਂਦਾ ਵੀ ਬੱਚੇ ਲਾਈਵ ਸ਼ੋਅ ਦੇ ਵਿੱਚ ਬੈਠ ਕੇ ਸੁਸਾਈਡ ਦੀਆਂ ਗੱਲਾਂ ਕਰਦੇ ਨੇ। ਤਾਂ ਇਹ ਛੋਟੀ ਗੱਲ ਨਹੀਂ ਹੈ। ਇੱਥੇ ਬੱਚਾ 1 2 10 ਜਾਂ 20 ਨਹੀਂ ਹੈ, ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਦਾ ਫਿਊਚਰ 3 ਕਾਲਜਸ ਦੀ ਗਲਤੀ ਕਰਕੇ, ਬੈਂਕਰਪਸੀ ਸ਼ੋਅ ਕਰਕੇ ਉਹਨਾਂ ਨੇ ਉਹਨਾਂ ਦਾ ਫਿਊਚਰ ਦਾਅ 'ਤੇ ਲਗਾ ਦਿੱਤਾ। ਇੱਦਾਂ ਤਾਂ ਫਿਰ ਇਹ ਸ਼ੈ ਮਿਲਣੀ ਹੋਗੀ ਕਿ ਜਦੋਂ ਲਾਅ ਦੇ ਵਿੱਚ ਅਸੀਂ ਆ ਜਾਂਦੇ ਹਾਂ, ਜਦੋਂ ਅਸੀਂ ਗੱਲਾਂ ਕਰਦੇ ਹਾਂ ਕਾਨੂੰਨ ਦੀਆਂ, ਜਾਂ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਦੇ, ਗਵਰਨਮੈਂਟ ਦੇ ਨੁਮਾਇੰਦਿਆਂ ਦੇ ਮੂੰਹ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਰੂਲ ਹੈ, ਇੱਦਾਂ ਰੂਲ ਹੈ, ਰੂਲ ਦੇ ਵਿੱਚੋਂ ਨਿਕਲਣਾ ਪਏਗਾ। ਤਾਂ ਫਿਰ ਆਈ ਥਿੰਕ ਇਹ ਸ਼ੈ ਹੈ ਬਹੁਤ ਵੱਡੀ, ਅਤੇ ਇੱਦਾਂ ਦੇ ਕਾਲਜਸ ਤਾਂ ਫਿਰ ਇੱਦਾਂ ਹੀ ਵਿਦਿਆਰਥੀ ਭਰਨਗੇ, ਰਿਵਿਊਜ਼ ਪਤਾ ਨਹੀਂ ਚੱਲ ਪੈਣਗੇ ਸਟੂਡੈਂਟਸ ਨੂੰ। ਇੰਨੀ ਦੂਰੋਂ ਬੈਠੇ ਐਡਮਿਸ਼ਨ ਜਦੋਂ ਕਰਾਉਣੀ ਹੈ, ਉਹ ਵਿਚਾਰੇ ਕੈਨੇਡਾ ਆਉਣ ਦੇ ਚੱਕਰ ਦੇ ਵਿੱਚ ਕੈਨੇਡਾ ਦੇ ਨਿਯਮ ਨੂੰ ਸਮਝਦੇ ਨੇ, ਤਾਂ ਉਹਨਾਂ ਨੂੰ ਲੱਗਦਾ ਕੈਨੇਡਾ 'ਚ ਫਿਊਚਰ ਬਹੁਤ ਚੰਗਾ ਹੈ, ਤਾਂ ਐਡਮਿਸ਼ਨ ਕਰਾਉਣਗੇ। ਤਾਂ ਫਿਰ ਜਦੋਂ ਇੱਦਾਂ ਫਰਾਡ ਹੁੰਦਾ ਰਿਹਾ ਤਾਂ ਇਹ ਸਿਲਸਿਲਾ ਤਾਂ ਚੱਲਦਾ ਰਹੂਗਾ। ਇਹਨੂੰ ਰੋਕ ਕਿਹਨੇ ਲਗਾਉਣੀ ਹੈ, ਕਿੱਥੇ ਲੱਗਣੀ ਅਤੇ ਕਿਵੇਂ ਲੱਗਣੀ ਹੈ, ਇਹ ਤਾਂ ਕੋਈ ਹੱਲ ਹੀ ਨਹੀਂ ਨਿਕਲਿਆ।
ਦੇਖੋ ਅਗੇਨ ਤੁਸੀਂ ਗੱਲ ਜਿਹੜੀ ਹੈਗੀ ਆ ਕਿ ਤੁਹਾਨੂੰ ਪਹਿਲਾਂ ਕਾਨੂੰਨ ਦੀ ਪਾਲਣਾ ਤਾਂ ਲੈਣੀ ਪਊਗੀ ਹੈ ਨਾ। ਸੋ ਜਿਹੜਾ ਅਸੂਲ ਬਣਿਆ ਉਹ ਇਹ ਹੈਗਾ ਕਿ ਤੁਹਾਡਾ ਜਦੋਂ ਫਰਾਡ ਹੁੰਦਾ ਤੁਹਾਨੂੰ ਲੀਗਲੀ ਕਾਰਵਾਈ ਕਰਨੀ ਪਊਗੀ। ਜਦੋਂ ਲੀਗਲੀ ਉੱਤੇ ਜੱਜ ਦਾ ਹਰ ਦਰਜਾ ਦਿੱਤਾ, ਐਮਪੀ ਕੋ ਕੋਈ ਦਰਜਾ ਨਹੀਂ ਹੈਗਾ ਕਿ ਉਹ ਜਾ ਕੇ ਬੈਂਕਰਪਸੀ ਨੂੰ ਕਰੈਕਟ ਕਰੇ, ਕਿਸੇ ਦੇ ਪੈਸੇ ਮੁੜਾਵੇ। ਤੁਸੀਂ ਮੇਰੇ ਕੋ ਆ ਕੇ ਕਹਿ ਦਿਓ ਕਿਰਾਏਦਾਰ ਨੇ ਮੈਨੂੰ ਪੈਸਾ, ਮੈਂ ਕਿਰਾਇਆ ਦਿੱਤਾ ਤੁਹਾਨੂੰ, ਮੈਨੂੰ ਮਕਾਨ ਨਹੀਂ ਦਿੱਤਾ, ਮੈਨੂੰ ਡਿਪੋਜ਼ਿਟ ਦਿੱਤਾ, ਉਹਦਾ ਅਗੇਨ ਰੈਜ਼ੀਡੈਂਸ਼ੀਅਲ ਟੈਨੈਂਸੀ ਆਫਿਸ ਕੋ ਉਹਨਾਂ ਨੂੰ ਜਾਣਾ ਪਊਗਾ। ਹਾਂ, ਟੈਨੈਂਸੀ ਆਫਿਸ ਨਹੀਂ ਠੀਕ ਕਰਦਾ, ਰੈਜ਼ੀਡੈਂਸ਼ੀਅਲ ਟੈਨੈਂਸੀ ਆਫਿਸ ਤੁਹਾਡੀ ਸੁਣਾਈ ਨਹੀਂ ਸੁਣਦਾ, ਤੁਸੀਂ ਫੇਰ ਜਿਹੜੇ ਉਹਦੇ ਲੈਜਿਸਲੇਟਰ ਆ, ਪ੍ਰੋਵਿੰਸ਼ੀਅਲ ਲੈਜਿਸਲੇਟਰ ਆ, ਉਹਨਾਂ ਕੋ ਜਾ ਸਕਦੇ। ਜੇ ਫੈਡਰਲ ਕੋਰਟ ਨਹੀਂ ਚੰਗੀ ਸੁਣਾਈ ਕਰਦਾ ਜਾਂ ਉਹਨੂੰ ਐਕਸਕਿਊਜ਼ ਕਰ ਦੇਣ ਕਿ ਕਾਲਜ ਨੂੰ ਹੱਕ ਸੀਗਾ ਤੁਹਾਡੇ ਪੈਸੇ ਮਾਰਨ ਦਾ, ਫੇਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਉਹਨੂੰ ਕਰੀਏ। ਪਰ ਤੁਹਾਨੂੰ ਪਹਿਲਾ ਸਟੈਪ ਆਪ ਵੀ ਉਹਨਾਂ ਨੂੰ ਕਰਨਾ ਪਊਗਾ। ਔਰ ਜੇ ਉਹ ਹਜ਼ਾਰਾਂ ਦੀ ਗਿਣਤੀ 'ਚ ਹੈਗੇ ਆ, ਉਹ ਰਲ ਕੇ ਉਹ ਪੈਸੇ ਥੋੜਾ ਥੋੜਾ ਪਾ ਕੇ $100 ਪਾ ਕੇ ਵੀ ਉਹ ਇੱਕ ਆਪਣਾ ਲੋਇਰ ਲੈ ਸਕਦੇ ਇੱਥੇ, ਜਿਹੜਾ ਕਿ ਸਾਰਿਆਂ ਦੇ ਬਿਹਾਫ ਦੇ ਉੱਤੇ ਕਲਾਸ ਐਕਸ਼ਨ ਲਾਸੂਟ ਜਾਂ ਉਹਨਾਂ ਨੂੰ ਇੰਡੀਵਿਜੂਅਲੀ ਲਾਸੂਟ ਉਹਨਾਂ ਦੇ ਬਿਹਾਫ ਤੇ ਭਰ ਸਕਦੇ ਆ। ਉਹ ਭਰ ਕੇ ਜੇ ਉਹ ਵੀ ਫੇਲ ਹੋਏ, ਫੇਰ ਅਸੀਂ ਕਹਿ ਸਕਦੇ ਕਿ ਪ੍ਰੋਵਿੰਸ਼ੀਅਲ ਲੈਜਿਸਲੇਟਰ ਜਿਹੜੇ ਕੁਬੈਕ ਦੇ ਵੀ ਕੋਈ ਚੇਂਜ ਕਰੋ ਲਾ। ਜੇ ਤੁਸੀਂ ਇੱਥੇ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਦਾ ਦਰਜਾ ਦੇ ਰਹੇ ਆ ਤਾਂ ਅਸੀਂ ਇੰਟਰਨੈਸ਼ਨਲ ਲਿਆਉਂਦੇ ਆ, ਤਾਂ ਉਹਨਾਂ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ, ਲੋਕਾਂ ਨੂੰ ਪਤਾ ਚਾਹੀਦਾ ਕਿ ਇਹ ਸੇਫ ਐਂਡ ਸਿਕਿਉਰ ਕਾਲਜ ਹੈਗੇ ਆ। ਪਰ ਅਗੇਨ ਮੈਂ ਅਪੀਲ ਇਹਨਾਂ ਨੂੰ ਇਹ ਕਰਦਾ ਕਿ ਉਹਨਾਂ ਨੂੰ ਸਟੈਪ ਜਿਹੜੇ ਆਪਣੇ ਆਪ ਕਰਨੇ ਚਾਹੀਦੇ। ਸੁਸਾਈਡ ਆਨਸਰ ਨਹੀਂ ਹੈਗਾ। ਜੇ ਹਰ ਇੱਕ ਚੀਜ਼ ਦਾ ਅਸੀਂ ਜਵਾਬ ਦੇ ਦਈਏ ਕਿ ਅਸੀਂ ਸੁਸਾਈਡ ਕਰ ਦੇਣਾ, ਜੇ ਆਹ ਨਹੀਂ ਮੈਨੂੰ ਮਿਲਿਆ, ਆਹ ਨਹੀਂ ਹੋਇਆ, ਸਾਨੂੰ ਸੁਸਾਈਡ ਕਰਨਾ। ਅਨਫੋਰਚੂਨੇਟਲੀ ਸਾਡੇ ਕੋਲ ਵੀ ਵਿਅਕਤੀ ਆਉਂਦੇ ਜੇ ਫਾਈਲ ਹੀ ਉਹਨਾਂ ਦੀ 2 ਸਾਲ ਤੋਂ ਵੱਧ ਹੋ ਜਾਂਦੀ ਕਿ ਸਪਾਊਸ ਨਹੀਂ ਦੇਖਿਆ, ਉਹ ਕਹਿੰਦੇ ਜੀ ਅਸੀਂ ਸੁਸਾਈਡ ਕਰ ਲੈਣਾ, ਸਾਡੇ ਜੀ ਇੰਨਾ ਚਿਰ ਹੋ ਗਿਆ। ਇਹ ਆਨਸਰ ਨਹੀਂ ਹੈਗਾ। ਸਾਨੂੰ ਆਨਸਰ ਦੇ ਹੱਲ ਲੱਭਣੇ ਚਾਹੀਦੇ, ਸਾਨੂੰ ਜਿਗਰਾ ਰੱਖਣਾ ਚਾਹੀਦਾ। ਔਰ ਜੇ ਐਗਜ਼ੌਸਟ ਉਹ ਕਰ ਲਓ ਤੁਸੀਂ ਸਾਰੇ, ਫੇਰ ਚੀਜ਼ ਤੇ ਤੁਸੀਂ ਅਪਸੈਟ ਹੋ। ਹਜੇ ਉਹਨਾਂ ਨਾਲ ਹੋਇਆ, ਉਹ ਕਾਨੂੰਨੀ ਕਾਰਵਾਈ ਕਰਨ, ਉਹਦਾ ਫਲ ਦੇਖਣ ਕਿ ਉਹਨਾਂ ਨੂੰ ਰਿਜ਼ਲਟ ਮਿਲਦਾ ਕਿ ਨਹੀਂ ਮਿਲਦਾ, ਫੇਰ ਅਸੀਂ ਕਰ ਸਕਦੇ ਹਾਂ ਕਿ ਕਾਨੂੰਨੀ ਤੌਰ ਤੇ ਉਹਨੂੰ ਚੇਂਜ ਕਰੀਏ ਜਾਂ ਨਾ ਕਰੀਏ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਰ, ਟੀਵੀ ਦੀ ਵੋਲਿਊਮ ਪਲੀਜ਼ ਥੋੜੀ ਸਲੋ ਕਰ ਦਿਓ। ਸਰ ਆਪਣੀ ਟੀਵੀ ਦੀ ਆਵਾਜ਼ ਘਟਾ ਕੇ ਥੋੜੀ ਜਿਹੀ ਗੱਲ ਕਰਿਓ ਪਲੀਜ਼। ਹਾਂਜੀ ਹਾਂਜੀ ਮੈਂ ਕਰ ਦਾਂਗੀ ਜੀ। ਹਾਂਜੀ ਸਰ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਣਦੀਪ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਸਤਿ ਸ਼੍ਰੀ ਅਕਾਲ। ਕਾਫੀ ਗੰਭੀਰ ਮਸਲਾ ਹੈ ਇਹ, ਕੱਲ ਵੀ ਇਹ ਤੇ ਡਿਸਕਸ਼ਨ ਹੋ ਰਹੀ ਸੀ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਕੋਈ ਵੀ, ਪਹਿਲੀ ਗੱਲ ਤਾਂ ਸਟੂਡੈਂਟ ਜਿਹੜੇ ਜੜ ਤੋਂ ਫੜੀਏ ਆਪਾਂ, ਜੜ ਕਿੱਥੋਂ ਚੱਲਦੀ ਆ। ਹਾਂਜੀ। ਜਿਹੜੇ ਸਟੂਡੈਂਟ ਕੋਈ ਵੀ ਆਉਂਦਾ, ਚਾਹੇ ਇੰਡੀਆ ਤੋਂ ਚਾਹੇ ਕਿਤੇੋਂ ਵੀ, ਉਹਨੂੰ ਪਹਿਲਾਂ ਆਪ ਸਾਰੀ ਇਨਕੁਆਇਰੀ ਕਰਨੀ ਚਾਹੀਦੀ ਆ ਵੀ ਜਿੱਥੇ ਮੈਨੂੰ ਵੀਜ਼ਾ ਮਿਲ ਰਿਹਾ ਜਿਸ ਦੇ ਥਰੂ ਉਹ ਕਾਲਜ, ਉਸ ਕਾਲਜ ਦੀ ਕੀ ਰੈਪੂਟੇਸ਼ਨ ਆ। ਹਾਂਜੀ। ਉਹ ਪ੍ਰਾਈਵੇਟ ਦੇ ਵਿੱਚ ਉਹ ਗਵਰਨਮੈਂਟ ਉਹਨੂੰ ਐਕਸੈਪਟ ਕਰਦੀ ਆ ਜਾਂ ਨਹੀਂ ਕਰਦੀ। ਇਹ ਗੱਲ ਉੱਥੋਂ ਹੀ ਪਹਿਲਾਂ ਸ਼ੁਰੂ ਹੁੰਦੀ ਆ, ਜਿੱਥੋਂ ਇਹ ਵੀਜ਼ਾ ਸਟੂਡੈਂਟ ਜਿੱਥੋਂ ਅਪਲਾਈ ਕਰਦੇ ਆ। ਜੀ। ਦੂਜੀ ਗੱਲ ਆ, ਜਿਹੜੇ ਏਜੰਟ ਆ, ਸਟੂਡੈਂਟ ਨੂੰ ਤਾਂ ਪਤਾ ਨਹੀਂ ਹੁੰਦਾ। ਹਾਂਜੀ ਬਿਲਕੁਲ। ਪਰ ਏਜੰਟ ਜਿਹੜੇ ਆ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੁੰਦੀ ਆ। ਬਿਲਕੁਲ। ਵੀ ਕਿਹੜਾ ਕਾਲਜ ਜਿਹੜਾ ਉਹ ਗਵਰਨਮੈਂਟ ਜਿਹੜਾ ਉਹਨੂੰ ਰੈਕਗਨਾਈਜ਼ ਕਰਦੀ ਆ, ਕਿਹੜਾ ਕਾਲਜ ਜਿਹੜਾ ਉਹ ਸਿਰਫ ਪੈਸੇ ਬਣਾਉਣ ਵਾਸਤੇ ਬਿਜ਼ਨਸ ਬਣਾਇਆ। ਸੋ ਇਸ ਕਰਕੇ ਦੂਜੀ ਗੱਲ ਰਿਸਪੌਂਸਿਬਿਲਿਟੀ ਆ ਜਾਂਦੀ ਆ ਏਜੰਟ ਤੇ। ਔਰ ਤੀਜੀ ਗੱਲ ਆ ਜਾਂਦੀ ਆ, ਜਿਸ ਵੇਲੇ ਉਹ ਅਪਲਾਈ ਕਰਦੇ ਆ, ਉਹਨੂੰ ਵੀਜ਼ਾ ਤਾਂ ਗਵਰਨਮੈਂਟ ਦਿੰਦੀ ਆ ਨਾ, ਜਿੱਥੇ ਵੀ ਕੋਈ, ਚਾਹੇ ਉਹ ਪ੍ਰੋਵਿੰਸ਼ੀਅਲ ਕਿਸੇ ਵਿੱਚ ਵੀ ਆ, ਕਿਸੇ ਪ੍ਰੋਵਿੰਸ ਵਿੱਚ ਵੀ, ਉਹ ਜਿਹੜੇ ਵੀਜ਼ਾ ਦਿੰਦੇ ਆ ਉਹਨੂੰ, ਉਹ ਵੀਜ਼ਾ ਜਿਹੜੇ ਗਵਰਨਮੈਂਟ ਦਿੰਦੀ ਆ, ਉਸ ਵੇਲੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਕਾਲਜ ਆ ਇਹ ਪੂਰਾ ਸਾਡੇ ਵੱਲੋਂ ਰੈਕਗਨਾਈਜ਼ ਹੈਗਾ ਤੇ ਜਾਂ ਉਦਾਂ ਹੀ ਫਰਾਡ ਕਰ ਰਿਹਾ। ਹਾਂਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਏਜੰਟ ਔਰ ਪ੍ਰੋਵਿੰਸ਼ੀਅਲ ਜਿਹੜੇ ਹੈਗੇ ਆ ਉਹਨਾਂ ਤੇ ਗਵਰਨਮੈਂਟ ਤੇ, ਇਹ ਸਾਰਾ ਕੁਛ, ਇਹ ਤਿੰਨੇ ਚੀਜ਼ਾਂ ਜਿਹੜੀਆਂ ਇਹ ਪਹਿਲਾਂ ਹੋਣੀਆਂ ਚਾਹੀਦੀਆਂ। ਉਹ ਤੋਂ ਬਾਅਦ ਜੋ ਹੁਣ ਮਸਲਾ ਹੋਏ ਆ ਜਿਹੜਾ ਇਸ ਵੇਲੇ ਚੱਲਿਆ ਆ ਸਟੂਡੈਂਟ ਤੇ, ਇਹਦਾ ਇੱਕ ਇਹੀ ਹੱਲ ਆ ਜਿੱਦਾਂ ਰਣਦੀਪ ਨੇ ਕਿਹਾ ਕਿ ਉਹ ਜਿੱਥੇ ਵੀ ਜਿਹਨੂੰ ਵੀ ਜਿਹੜੀ ਕਿਤੇ ਕੋਈ ਤਕਲੀਫ ਹੈਗੀ ਆ, ਉਹ ਪਹਿਲਾਂ ਉਹਦੀ ਕੰਪਲੇਂਟ ਕਰੋ
ਕੰਪਲੀਟ ਕਰਨ ਤੋਂ ਬਾਅਦ ਉਹ ਕੀ ਉਹਦੀ ਰਿਜ਼ਲਟ ਨਿਕਲਦੇ ਆ, ਜੇ ਉਹ ਗਲਤ ਨਿਕਲਦੇ ਆ ਫਿਰ ਉਹ ਗਾਹਾਂ ਤੇ ਗਾਹਾਂ ਸਟੈਪ ਬਾਈ ਸਟੈਪ ਜਿਹੜਾ ਉਹ ਚੱਲ ਸਕਦਾ। ਸੋ ਮੇਰਾ ਖਿਆਲ ਆ ਕਿ ਇਸ ਮਸਲੇ ਨੂੰ ਸਾਰੇ ਰਲ ਮਿਲ ਕੇ ਜਿਹੜੇ ਵੀ ਸਿਆਣੇ ਬੰਦੇ ਆ, ਚਾਹੇ MP ਆ, ਚਾਹੇ MLA ਆ, ਪ੍ਰੋਵਿੰਸ਼ੀਅਲ ਲੈਵਲ ਤੇ ਆ, ਸਾਰੇ ਇਸ ਨੂੰ ਸੋਚ ਕੇ ਇਹਨਾਂ ਸਟੂਡੈਂਟਸ ਦਾ ਜਿਹੜਾ ਮਸਲਾ ਕੋਈ ਹੱਲ ਹੋਣਾ ਚਾਹੀਦਾ। ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਜੀ। ਰਣਦੀਪ ਜੀ। ਹਾਂਜੀ, ਦੇਖੋ ਜਦੋਂ ਇਮੀਗ੍ਰੇਸ਼ਨ ਵਾਲੇ ਆਉਂਦੇ ਆ ਉਹਨਾਂ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਜਦੋਂ ਉਹਨੇ ਵੀਜ਼ਾ ਦੇਣਾ ਉਹਨੇ ਦੇਖਣਾ ਕਿ ਫਰਸਟ ਆਫ ਆਲ ਜਿਹੜਾ ਕਾਲਜ ਦੇ ਤੁਹਾਨੂੰ ਕਾਲਜ 'ਚ ਐਡਮਿਸ਼ਨ ਮਿਲੀ ਆ ਉਹ ਕਾਲਜ ਰੈਕਗਨਾਈਜ਼ ਕਾਲਜ ਹੈਗਾ। ਇਹਦੇ ਵਿੱਚ ਇਹ ਨਹੀਂ ਸ਼ਿਕਾਇਤ ਆਈ ਕਿ ਇਹ ਕਾਲਜ ਅਨਰੈਕਗਨਾਈਜ਼ ਸੀਗੇ। ਇਹ ਕਾਲਜ ਜਦੋਂ ਵੀਜ਼ਾ ਦਿੱਤਾ ਗਿਆ, ਜਦੋਂ ਉਹਨੇ ਅਪਲਾਈ ਕੀਤਾ ਔਰ ਵਿਅਕਤੀ ਦੀ ਵੀ ਕੋਈ ਇਹ 'ਚ ਕੋਈ ਗਲਤੀ ਨਹੀਂ ਹੈਗੀ ਇਨ ਦ ਸੈਂਸ ਕਿ ਉਹਨੇ ਦੇਖਿਆ ਇਹ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਸੀਗਾ। ਇਹ ਜਿਹੜੇ ਕਾਲਜ ਦੀ ਜਿਹੜੀ ਦੋ ਕਾਰਨ ਇਹਨਾਂ ਦੀ ਪ੍ਰੋਬਲਮ ਆਈ ਜਿੱਥੇ ਤੱਕ ਮੈਨੂੰ ਜਾਣਕਾਰੀ ਮਿਲੀ। ਇੱਕ ਤਾਂ ਜਿਹੜੀ ਕੁਬੈਕ ਦੀ ਗਵਰਨਮੈਂਟ ਆ ਉਹਨੇ ਇਹਨਾਂ ਨਾਲ ਨਫ਼ਰਤ ਕਰਕੇ ਇਹ ਇੰਗਲਿਸ਼ ਸਪੀਕਿੰਗ ਕਾਲਜ ਕਰਕੇ ਇਹਨਾਂ ਨੂੰ ਫॉर ਸਮ ਰੀਜ਼ਨ ਸਾਰਿਆਂ ਨੂੰ ਬਲੈਕ ਲਿਸਟ ਕਰਕੇ ਕਹਿ ਲਓ ਜਾਂ ਇਹਨਾਂ ਨੂੰ ਬੰਦ ਕੀਤਾ ਗਿਆ, ਟਾਰਗੇਟ ਕਰਕੇ ਇਹਨਾਂ ਨੂੰ DLI ਜਿਹੜਾ ਇਹਨਾਂ ਦਾ ਲਾਇਸੈਂਸ ਖੋਇਆ ਗਿਆ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਉਹ ਜਦੋਂ ਉਹਨੇ ਅਪੀਲ ਕੀਤੀ ਉਹਨੇ ਕੋਰਟ ਦੇ ਵਿੱਚ ਗਏ, ਅਗੇਨ ਦੇਖੋ ਉਹਨੇ ਕੋਰਟ ਦੇ ਵਿੱਚ ਗਏ ਸਰਕਾਰ ਪ੍ਰੋਵਿੰਸ਼ੀਅਲ ਗਵਰਨਮੈਂਟ ਔਰ ਉਹ ਜਿੱਤੇ ਆ ਉਹਦੇ ਵਿੱਚ। ਅਨਫੋਰਚੂਨੇਟਲੀ ਕਿਉਂਕਿ ਉਹਨਾਂ ਦੇ ਲੱਗੇ ਜਿਹੜੇ 5-6 ਮਹੀਨੇ 7 ਮਹੀਨੇ ਜੋ ਵੀ ਉਹਨਾਂ ਨੂੰ ਡੈਜ਼ਿਗਨੇਸ਼ਨ ਜਾਂ ਸਟਾਪ ਲੈਣ ਦੇ, ਉਹਦੇ ਵਿੱਚ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਹੋਣ ਕਾਰਨ ਕਈ ਕਾਲਜ ਉਹਦੇ ਵਿੱਚੋਂ ਬੈਂਕਰਪਟ ਹੋ ਗਏ। ਉਹਦੇ ਵਿੱਚੋਂ ਇੱਕ ਜਾਂ ਦੋ ਮੈਂ ਸੁਣਿਆ ਕਿ ਉਹਨੇ ਪਰਪਸਲੀ ਫਰਾਡ ਕੀਤਾ, ਉਹਨੇ ਟਿਊਸ਼ਨਾਂ ਲੈ ਲਈਆਂ ਤਾਂ ਉਹਨੇ ਉਸ ਆਪਣਾ ਮਿਸਯੂਜ਼ ਜਾਂ ਮਿਸਅਪਰੋਪਰੀਏਟ ਕੀਤਾ, ਜਿਹਦੇ ਵਿੱਚ ਜੇ ਤੁਸੀਂ ਕਾਰਵਾਈ ਲੀਗਲੀ ਕਰੋ, ਜੇ ਉਹਨੇ ਮਿਸਅਪਰੋਪਰੀਏਟ ਕੀਤੇ ਫੰਡ ਉਹ ਮੁੜ ਕੇ ਲਿਆਏ ਜਾ ਸਕਦੇ ਆ। ਫੋਰ ਐਗਜ਼ਾਮਪਲ ਜੇ ਉਹਨੇ ਆਪਣਾ ਘਰ ਲਿਆ ਉਹਦੇ ਨਾਲ ਪੈਸੇ, ਜੇ ਬਾਹਰ ਚਲ ਗਿਆ ਪੈਸੇ ਨਹੀਂ ਕਿਤੇ ਟਰੈਕ ਕਰ ਹੁੰਦੇ ਉਹ ਕਈ ਵਾਰੀ ਮੁਸ਼ਕਿਲ ਹੁੰਦਾ, ਪਰ ਜੇ ਉਹਦੇ ਮਗਰ ਜਾਣ ਤਾਂ ਉਹ ਮਿਲ ਸਕਦੇ ਆ। ਸੋ ਗਵਰਨਮੈਂਟ ਦਾ ਜੌਬ ਇਸੇ ਤਰ੍ਹਾਂ ਜਿਵੇਂ ਆਪਾਂ ਡਰਾਈਵਰ ਲਾਇਸੈਂਸ ਦੇਖਦੇ ਆ, ਡਰਾਈਵਰ ਲਾਇਸੈਂਸ BC ਨੇ ਇਸ਼ੂ ਕੀਤਾ, ਯੈਸ ਔਰ ਨੋ ਆ ਇਸ਼ੂ, ਉਹਦੇ 'ਚ ਚੰਗਾ ਡਰਾਈਵਰ ਵੀ ਆ ਤੇ ਮਾੜਾ ਡਰਾਈਵਰ ਵੀ ਹੈਗਾ। ਉਹਦੇ 'ਚ ਇਹ ਆ ਕਿ ਮਿਨੀਮਮ ਥ੍ਰੈਸ਼ਹੋਲਡ ਉਹਨੂੰ ਪਾਸ ਕੀਤਾ। ਸਾਡੇ ਕਾਲਜ ਵੀ ਸੇਮ ਤਰੀਕੇ ਨਾਲ ਆ, ਸਾਡੇ ਯੂਨੀਵਰਸਿਟੀ ਆਫ ਟੋਰਾਂਟੋ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੀ ਹੈਗੀ ਜਿਹਦੇ ਕਿ ਨੰਬਰ 1 ਐਂਡ 2, ਤੇ ਸਾਡੇ ਕੋਲ ਲੋਕਲ ਕਮਿਊਨਿਟੀ ਕਾਲਜ ਵੀ ਹੈਗੇ ਜਿਹੜੇ ਕਿ ਕਾਫੀ ਨੰਬਰ ਘੱਟ ਹੁੰਦੇ ਆ, ਉਹ ਤੋਂ ਥੱਲੇ ਪ੍ਰਾਈਵੇਟ ਕਾਲਜ ਵੀ ਹੈਗੇ ਆ। ਸੋ ਸਾਰੇ ਬਰਾਬਰ ਨਹੀਂ ਹੈਗੇ, ਪਰ ਇੱਕ ਮਿਨੀਮਮ ਥ੍ਰੈਸ਼ਹੋਲਡ ਮਿਨੀਮਮ ਸਟੈਂਡਰਡ ਉਹਨਾਂ ਦਿੱਤਾ। ਉਹਦੀ ਜ਼ਿੰਮੇਵਾਰੀ ਸੰਕੋਚ ਕਰਨਾ ਹੈ, ਚੈੱਕ ਕਰਨਾ। ਹੁਣ ਤਾਂ ਬਹੁਤ ਹੀ ਸਕਾਲਾ ਨੈਟ ਕਰਕੇ ਬੱਚੇ ਜਿਹੜੇ ਅਪਲਾਈ ਕਰਦੇ ਉਹ ਸਾਰੇ ਨੈਟ ਸੈਵੀ ਹੈਗੇ ਕਿ ਉਹਨਾਂ ਨੂੰ ਥੋੜਾ ਡਿਊ ਡਿਲੀਜੈਂਸ ਕਰਨ, ਕਿੱਦਾਂ ਦੇ ਕਾਲਜ ਮੈਨੂੰ ਐਡਮਿਸ਼ਨ ਮਿਲੀ ਆ, ਮੈਂ ਇੰਨਾ ਹੁਣ ਪੈਸਾ ਮਾਪੇ ਦਾ ਖਰਚਣ ਲੱਗਾ, ਇਹ ਚੰਗੇ ਆ, ਸੇਫ ਆ, ਰੈਪੂਟੇਸ਼ਨ ਕਿਵੇਂ। ਔਰ 2 ਲੱਖ ਤੋਂ ਵੱਧ ਵਿਅਕਤੀ ਸ਼ਾਇਦ ਮੇਰੇ ਕੋਲ 4-5 ਲੱਖ ਹੋਣਗੇ ਤੇ ਡਿਫਰੈਂਟ ਸਾਲਾਂ 2-2 ਲੱਖ ਤਾਂ ਸਾਲ ਦਾ ਇੰਡੀਆ ਤੋਂ ਆਉਂਦਾ ਇੱਥੇ ਸਟੂਡੈਂਟ, ਉਹ ਆਪਣੇ ਫਰੈਂਡਸ ਐਂਡ ਨੈਟਵਰਕ ਨੂੰ ਵੀ ਫੋਨ ਕਰਕੇ ਪੁੱਛ ਸਕਦੇ ਮੈਂ ਆਹ ਕਾਲਜ ਜਾਣ ਲੱਗਾ, ਇਹ ਠੀਕ ਹੈਗਾ, ਇਹਦਾ ਰੈਪੂਟੇਸ਼ਨ ਕਿਵੇਂ ਆ। ਇਹ ਥੋੜਾ ਆਪਣੀ ਵੀ ਬਾਇਰ ਬੀਵੇਅਰ ਹੋ ਕੇ ਆਪਣੇ ਵੀ ਥੋੜਾ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ। ਇਹ ਨਹੀਂ ਕਿ ਵੀਜ਼ਾ ਵੀ ਮਿਲ ਗਿਆ ਤਾਂ ਕਾਲਜ ਨੇ ਦੇਤੀ ਐਡਮਿਸ਼ਨ, ਅਸੀਂ ਹੋਰ ਕੁਝ ਚੈੱਕ ਨਹੀਂ ਕਰਨਾ। ਜੀ ਰਣਦੀਪ ਜੀ, ਇਹਨਾਂ ਕਾਲਜਸ ਨੇ ਹਵਾਲਾ ਦਿੱਤਾ ਹੈ ਪੈਂਡੈਮਿਕ ਦਾ ਕਿ ਕੋਵਿਡ ਕਰਕੇ ਬਹੁਤ ਜ਼ਿਆਦਾ ਇਹ ਬੈਂਕਰਪਸੀ ਇਹਨਾਂ ਨੇ ਸ਼ੋਅ ਕਰ ਦਿੱਤੀ ਹੈ, ਦਿਵਾਲਾ ਆਪਣਾ ਸ਼ੋਅ ਕਰ ਦਿੱਤਾ, ਜਿਹਦੇ ਕਰਕੇ ਇੰਨੇ ਜਿਹੜੇ ਵਿਦਿਆਰਥੀ ਨੇ ਉਹ ਖੱਜਲ ਹੋ ਗਏ, ਉਹਨਾਂ ਦੀ ਜ਼ਿੰਦਗੀ ਇਹਨਾਂ ਨੇ ਦਾਅ ਦੇ ਉੱਤੇ ਲਗਾ ਦਿੱਤੀ। ਹੁਣ ਜਿਹੜੇ ਬੱਚੇ ਨੇ, ਜਿਹੜੇ ਸਟੂਡੈਂਟਸ ਨੇ, ਉਹਨਾਂ ਨੂੰ ਟ੍ਰਾਂਸਕ੍ਰਿਪਟ ਚਾਹੀਦੀਆਂ ਸੀਗੀਆਂ ਜਿਨ੍ਹਾਂ ਨੂੰ ਮਿਲ ਨਹੀਂ ਰਹੀਆਂ, ਕਈਆਂ ਨੂੰ ਸਰਟੀਫਿਕੇਟ ਚਾਹੀਦੇ ਸੀ, ਕਈ ਵਰਕ ਪਰਮਿਟ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਅਜਿਹੇ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਉਹ ਪਹਿਲਾਂ ਆਪਣਾ ਜਿਹੜਾ ਲੀਗਲ ਕੰਮ ਹੈ ਉਹ ਸਾਰਾ ਕਰ ਲੈਣ, ਜੇ ਉਹ ਉੱਥੋਂ ਨਹੀਂ ਹੁੰਦਾ ਫਿਰ ਉਹਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੈਗੇ ਹੋ, ਸਰਕਾਰ ਕੁਝ ਅੱਗੇ ਆਪਣਾ ਰੋਲ ਦਿਖਾਏਗੀ। ਹੁਣ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਅਜਿਹੇ ਦੇ ਵਿੱਚ ਸਰਕਾਰ ਕੀ ਕਰੇਗੀ? ਜੇ ਕੋਈ ਕਾਲਜ ਬੈਂਕਰਪਸੀ ਇਹਨਾਂ ਦਿਨਾਂ ਦੇ ਵਿੱਚ ਸ਼ੋਅ ਕਰ ਦਿੰਦਾ, ਦਿਵਾਲਾ ਆਪਣਾ ਸ਼ੋਅ ਕਰ ਦਿੰਦਾ ਵੀ ਅਸੀਂ ਖੱਜਲ ਹੋ ਗਏ, ਸਾਡਾ ਕੋਵਿਡ ਕਰਕੇ ਨੁਕਸਾਨ ਹੋ ਗਿਆ, ਅਜਿਹੇ ਕਾਲਜਸ ਦੀ ਸਰਕਾਰ ਹੁਣ ਜਾਂਚ ਕਰੇਗੀ ਜਾਂ ਫਿਰ ਮਦਦ ਕਰੇਗੀ? ਦੇਖੋ ਅਗੇਨ ਇਹ ਸਾਨੂੰ ਪ੍ਰੋਵਿੰਸ਼ਲੀ ਮੈਂ ਜ਼ਿੰਮੇਵਾਰੀ ਉਹਦੀ ਨਹੀਂ ਲੈ ਸਕਦੇ ਅਸੀਂ ਐਜ਼ ਅ ਫੈਡਰਲ ਗਵਰਨਮੈਂਟ, ਪ੍ਰੋਵਿੰਸ਼ਲੀ ਉਹਨਾਂ ਨੂੰ ਲੈਣੀ ਪਊਗੀ ਜ਼ਿੰਮੇਵਾਰੀ ਔਰ ਪ੍ਰੋਵਿੰਸ਼ੀਅਲ ਸਰਕਾਰ ਨੂੰ ਚੈੱਕ ਕਰਨਾ ਪਊਗਾ। ਔਰ ਮੈਂ ਆਪਣੇ ਮਿਨਿਸਟਰ ਨੂੰ ਕਹਿ ਸਕਦਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਉੱਤੇ ਜ਼ੋਰ ਹੋਰ ਪਾਓ ਕਿ ਤੁਸੀਂ ਜਿਹੜੇ ਆਪਣੇ ਕਾਲਜਸ ਹੈਗੇ ਆ ਇਹਨਾਂ ਨੂੰ ਸਟੈਂਡਰਡਾਈਜ਼ ਇਹਨਾਂ ਦੇ ਉੱਤੇ ਦੇਖਭਾਲ ਔਰ ਖਾਸ ਕਰਕੇ ਜਿੱਥੇ ਉਹਨਾਂ ਦੀ ਫਾਈਨੈਂਸ਼ੀਅਲ ਸੋਲਵੈਂਸੀ ਜਿਹੜੀ ਹੈਗੀ ਆ ਉਹਨੂੰ ਚੈੱਕ ਕਰੋ, ਉਹ ਅਸੀਂ ਕਰ ਸਕਦੇ ਹਾਂ। ਜਿਵੇਂ ਅਸੀਂ ਕੰਸਲਟੈਂਟਾਂ ਦੇ ਉੱਤੇ ਉਹ ਸਾਡੀ ਜ਼ਿੰਮੇਵਾਰੀ ਕੰਸਲਟੈਂਟ ਬਾਡੀਜ਼ ਦੇ ਉੱਤੇ ਅਸੀਂ ਉਹਨੂੰ ਅਪੀਲ ਕਰਕੇ ਦੁਬਾਰਾ ਉਹਨਾਂ ਦੀ
ਕੰਸਲਟਿੰਗ ਬਾਡੀ ਬਣਾਈ ਆ, ਉਹ ਫੈਡਰਲੀ ਰੈਗੂਲੇਟਡ ਬਣਾਈ, ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਔਰ ਅਸੀਂ ਉਹਦੇ ਉੱਤੇ ਪਾਲ ਕਰਦੇ ਹਾਂ। ਉਸ ਤਰੀਕੇ ਦੇ ਨਾਲ ਫੈਡਰਲ ਗਵਰਨਮੈਂਟ ਅਸਿਸਟ ਵੀ ਕਰਦੀ ਆ। ਜਿਵੇਂ ਕਿਸੇ ਵਿਅਕਤੀ ਨੂੰ ਫੋਰ ਐਗਜ਼ਾਮਪਲ ਲਾਸਟ ਈਅਰ ਉਹਨਾਂ ਦਾ ਨਹੀਂ ਉਸ ਕਾਲਜ ਨੇ ਦਿੱਤਾ, ਤੇ ਜੇ ਉਹ ਅਪੀਲ ਕਰਕੇ ਆਪਣਾ ਭੇਜਣ ਤਾਂ ਆਮ ਸ਼ੋਰ ਮੈਂਬਰ ਪਾਰਲੀਮੈਂਟ ਉਹਨਾਂ ਦੇ ਲੋਕਲ ਉਹਨਾਂ ਨੂੰ ਹੈਲਪ ਕਰਕੇ ਉਹਨਾਂ ਨੂੰ ਹੋਰ ਕਾਲਜ ਤੱਕ ਐਡਮਿਸ਼ਨ ਦਵਾ ਕੇ ਜਿਹੜਾ ਆਖਰੀ ਉਹਨਾਂ ਦਾ ਸਾਲ ਜੇ ਰਹਿੰਦਾ ਜਾਂ ਸਮੈਸਟਰ ਰਹਿੰਦਾ ਉਹ ਪੂਰਾ ਕਰ ਸਕਣ ਵਾਸਤੇ ਉਹਨਾਂ ਦੀ ਸਹਾਇਤਾ ਕਰ ਸਕਦੇ ਆ। ਇਸ ਟਾਈਪ ਆਫ ਅਸੀਂ ਜ਼ਰੂਰ ਮਦਦ ਕਰ ਸਕਦੇ। ਫਿਰ ਇਨ ਦਾ ਟਾਈਮ ਬਿੰਗ ਉਹ ਫਾਈਨੈਂਸ਼ੀਅਲ ਜਿਹੜੀ ਉਹਨਾਂ ਦਾ ਨੁਕਸਾਨ ਹੋਇਆ ਉਹਨੂੰ ਲੀਗਲ ਤੌਰ ਤੇ ਉਸ ਕਾਲਜ ਦੇ ਮਗਰ ਜਾ ਸਕਦੇ। ਪਰ ਅਗੇਨ ਇਹ ਜਿੱਥੇ ਅਸੀਂ ਹੈਲਪ ਕਰ ਸਕਦੇ ਅਸੀਂ ਕਰਦੇ ਹਾਂ। ਫੋਰ ਐਗਜ਼ਾਮਪਲ ਹੁਣ ਵੀ ਕੋਈ ਕਿਸੇ ਨੂੰ LMIA ਫਰਾਡ ਹੁੰਦਾ ਜਾਂ ਤੁਹਾਨੂੰ ਪੜ੍ਹਾਈ ਦੇ ਵਿੱਚ ਫਰਾਡ ਜਾਂ ਤੁਹਾਨੂੰ ਪੈਸੇ ਗਲਤ ਲੈ ਗਏ, ਤੁਹਾਨੂੰ ਰਾਈਟ ਅਵੇ CBSA ਓਪਨ ਵਰਕ ਪਰਮਿਟ ਦੇ ਦਿੰਦੀ ਆ ਔਰ ਉਹ ਕਹਿ ਦਿੰਦੀ ਆ ਇੱਕ ਅਸੀਂ ਜਿੰਨਾ ਚਿਰ ਕਾਰਵਾਈ ਲੀਗਲੀ ਕਰਦੇ ਆ ਅਗੇਂਸਟ ਤੁਹਾਡਾ ਇੰਪਲੋਇਰ, ਤੁਸੀਂ ਉਹਨਾਂ ਚਿਰ ਹੋਰ ਕਿਤੇ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਲਓ, ਤੁਹਾਨੂੰ ਓਪਨ ਵਰਕ ਪਰਮਿਟ ਹੈਗਾ। ਇਸ ਟਾਈਪ ਆਫ ਟੂਲਸ ਹੈਗੇ ਆ ਜਿਹੜੇ ਕਿ ਤੁਸੀਂ ਵਰਤ ਸਕਦੇ। ਪਰ ਜੇ ਵਰਤੋ ਨਾ ਫੇਕ ਕਹੀ ਜਾਓ ਕਿ ਸਾਡਾ ਧੱਕਾ ਉਹ ਗਲਤ ਆ, ਪਰ ਸਾਡੇ ਕੋਲ ਟੂਲ ਹੈਗੇ ਆ ਔਰ ਇਸੇ ਤਰ੍ਹਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ ਟੂਲ ਵਰਤਣ ਜਿਹੜਾ ਕਿ ਲੀਗਲ ਸਿਸਟਮ ਆ ਉੱਥੇ, ਔਰ ਉਹਨਾਂ ਨੂੰ ਸੂ ਕਰਨ ਉਸੇ ਤਰੀਕੇ ਦੇ ਨਾਲ ਆਪਣੇ ਪੈਸੇ ਜਿੰਨੇ ਵੱਧ ਤੋਂ ਵੱਧ ਲਿਆ ਸਕਣ ਲਿਆਉਣ। ਔਰ ਬਾਕੀਆਂ ਨੂੰ ਮੈਂ ਇਹ ਥੋੜਾ ਕਹਿਣਾ ਕਿ ਜੇ ਉਹਨਾਂ ਦਾ ਪਹਿਲੇ ਸਾਲ ਦੀ ਟਿਊਸ਼ਨ ਮਰ ਗਈ ਆ, ਉਹਨਾਂ ਨੂੰ ਅਗਲੇ 2 ਜਾਂ 3 ਸਾਲ ਲਈ ਉਹਨੀ ਬਜਟ ਕੀਤਾ ਹੋਊਗਾ ਉਹ ਵਰਤਣ, ਉਹਨਾਂ ਨੂੰ ਮਿਹਨਤ ਕਰਨ, ਇੱਥੇ ਉਹਨਾਂ ਨੂੰ ਕਾਫੀ ਫਲ ਮਿਲ ਜਾਣਾ। ਕਈ ਵਾਰੀ ਅਨਫੋਰਚੂਨਟਲੀ ਸੈਟਬੈਕਸ ਆਉਂਦੇ ਆ, ਪਰ ਸੈਟਬੈਕਸ ਦੇ ਵਿੱਚ ਉਹ ਸਟਰੋਂਗਰ ਹੋਣਗੇ ਔਰ ਸਕਸੈਸਫੁਲ ਹੋਣਗੇ ਇਨ ਦਾ ਫਿਊਚਰ। ਪਰ ਆਪਣਾ ਹੱਕ ਨਾ ਛੱਡਣ, ਜਿਹੜੇ ਵਿਅਕਤੀਆਂ ਨੇ ਉਹਨਾਂ ਦਾ ਹੱਕ ਮਾਰਿਆ ਉਹਨਾਂ ਦੇ ਮਗਰ ਜ਼ਰੂਰ ਜਾਣ ਕਾਨੂੰਨੀ ਤੌਰ ਤੇ ਲੀਗਲ ਤੌਰ ਤੇ, ਔਰ ਉਹਨਾਂ ਨੂੰ ਸੁਣਾਈ ਹੋਣੀ ਚਾਹੀਦੀ ਹੈ। ਰਣਦੀਪ ਜੀ, ਕਈ ਇਸ ਦੇ ਵਿੱਚੋਂ ਡਰ ਰਹੇ ਨੇ, ਕਈਆਂ ਨੂੰ ਲੱਗਦਾ ਵੀ ਸਾਡਾ ਵੀਜ਼ਾ ਵੀ ਜੇ ਮੁੱਕ ਗਿਆ ਉਸ ਤੋਂ ਬਾਅਦ ਅਸੀਂ ਤਾਂ ਇੱਥੇ ਇਲੀਗਲ ਹੋ ਜਾਣਾ ਤੇ ਉਦੋਂ ਫਿਰ ਅਸੀਂ ਕੀ ਕਰਾਂਗੇ, ਸਾਨੂੰ ਤਾਂ ਕੰਟਰੀ ਛੱਡਣੀ ਪੈਣੀ ਹੈ। ਸੋ ਵੀਜ਼ੇ ਵਾਸਤੇ ਜੇ ਉਹ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਉਹਨਾਂ ਨੂੰ ਮਿਲਦੀ ਆ, ਉਹਨਾਂ ਦਾ ਵੀਜ਼ਾ ਰਿਸਟੋਰ ਹੋ ਜਾਣਾ ਚਾਹੀਦਾ, ਉਹਦੀ ਕੋਈ ਪ੍ਰੋਬਲਮ ਨਹੀਂ। ਇਸ ਵੇਲੇ ਵੀ ਕੈਨੇਡਾ ਦੇ ਵਿੱਚ ਜੇ ਤੁਹਾਨੂੰ ਇੱਕ ਕਾਲਜ ਤੋਂ ਤੁਹਾਨੂੰ ਐਡਮਿਸ਼ਨ ਮਿਲੀ ਆ, ਤੁਸੀਂ ਸਵਿਚ ਕਰਕੇ ਹੋਰ ਜੇ ਲੌਂਗ ਐਜ਼ ਉਹ ਲੀਗਲ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਹੈਗਾ ਤੁਸੀਂ ਉਹਦੇ ਵਿੱਚ ਸਵਿਚ ਕਰ ਸਕਦੇ ਆ। ਆਲਰੇਡੀ ਉਹ ਹੱਕ ਹੈਗਾ, ਤੁਸੀਂ ਇਵਨ ਇੱਕ ਸਮੈਸਟਰ ਪੜ੍ਹਨ ਤੋਂ ਬਾਅਦ ਦੂਸਰੇ ਕਾਲਜ ਨੂੰ ਸਵਿਚ ਕਰ ਸਕਦੇ ਆ। ਉਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ, ਉਹ ਬੌਂਡਡ ਨਹੀਂ ਹੈਗਾ ਕਿ ਉਸੇ ਕਾਲਜ ਦੇ ਨਾਲ ਤੁਹਾਡਾ ਸਟੂਡੈਂਟ ਵੀਜ਼ਾ ਹੈਗਾ। ਜੀ ਰਣਦੀਪ ਜੀ, ਤੁਹਾਡੇ ਨਾਲ ਜਿਹੜੀ ਇੰਟਰਵਿਊ ਇਹ ਕੀਤੀ ਜਾ ਰਹੀ ਹੈ, ਨੋ ਡਾਊਟ ਇਹ ਤਮਾਮ ਸਟੂਡੈਂਟਸ ਜਿਹੜੇ ਉਹਨਾਂ ਨੇ ਦੇਖਣੀ ਹੈ, ਕਿਉਂਕਿ ਇਸ ਵੇਲੇ ਸਰਕਾਰੀ ਮੰਚ ਤੋਂ ਜੋ ਵੀ ਉਹਨਾਂ ਵਾਸਤੇ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਉਹ ਇਸ ਦੇ ਨਾਲ ਜੁੜੇ ਹੋਏ ਨੇ ਮੁੱਦੇ ਨਾਲ, ਔਰ ਬਕਾਇਦਾ ਸੁਣ ਵੀ ਰਹੇ ਨੇ। ਇਸ ਵੇਲੇ ਇੰਟਰਨੈਸ਼ਨਲ ਵਿਦਿਆਰਥੀ ਕੀ ਕਰਨ, ਕੀ ਸੋਚਣ, ਕੀ ਉਹ ਡਰ ਜਾਣ ਕਿ ਕਾਲਜ 'ਚ ਅੱਗੇ ਤੋਂ ਵੀ ਜੇ ਐਡਮਿਸ਼ਨ ਕਿਸੇ ਨੇ ਵੀ ਲਈ, ਜਿਹਨੇ ਨਵੇਂ ਸਿਰੇ ਐਡਮਿਸ਼ਨ ਲੈਂਦਾ ਜਾਂ ਕੈਨੇਡਾ ਆਉਣ ਦਾ ਸੋਚ ਵੀ ਰਿਹਾ, ਤਾਂ ਕਿ ਇੰਟਰਨੈਸ਼ਨਲ ਵਿਦਿਆਰਥੀ ਡਰ ਜਾਣ ਇਸ ਤੋਂ ਵੀ ਜੇ ਐਡਮਿਸ਼ਨ ਕਰਾ ਲਈ ਤੇ ਜੇ ਫਰਾਡ ਸਾਡੇ ਨਾਲ ਹੋ ਗਿਆ ਤਾਂ ਉਸ ਤੋਂ ਬਾਅਦ ਖੱਜਲ ਖੁਆਰੀ ਬੜੀ ਹੋਣੀ ਹੈ? ਨਹੀਂ, ਮੇਰਾ ਖਿਆਲ ਦੇਖੋ, ਆਈ ਥਿੰਕ ਬਾਏ ਐਂਡ ਲਾਰਜ ਤਕਰੀਬਨ ਇੰਡੀਆ ਤੋਂ 2 ਲੱਖ ਤੋਂ ਵੱਧ ਵਿਅਕਤੀ ਸਾਲ ਦੇ ਪੜ੍ਹਨ ਆਉਂਦੇ ਆ ਇੱਥੇ, ਔਰ 5 ਲੱਖ ਇੰਟਰਨੈਸ਼ਨਲ ਸਟੂਡੈਂਟ ਐਟ ਅ ਟਾਈਮ ਇੱਥੇ ਪੜ੍ਹਦੇ ਆ। ਔਰ ਮੇਰੇ ਖਿਆਲ ਪਿਛਲੇ 6 ਵਰਿਆਂ ਦੇ ਵਿੱਚ 1 ਮਿਲੀਅਨ ਤੋਂ ਵੱਧ ਇੰਡੀਅਨ ਸਟੂਡੈਂਟ ਪੜ੍ਹ ਚੁੱਕਾ ਇੱਥੇ, ਔਰ 2.5-3 ਮਿਲੀਅਨ ਹੋਰ ਸਟੂਡੈਂਟ ਅਰਾਊਂਡ ਦ ਵਰਲਡ ਤੋਂ ਆ ਕੇ ਇੱਥੇ ਪੜ੍ਹ ਸਕੇ ਆ। ਔਰ 99% ਬਹੁਤ ਸਕਸੈਸਫੁਲ ਆ, 99% ਨੇ ਵਧੀਆ ਇੱਥੇ ਪੜ੍ਹਾਈ ਲਈ ਆ, ਵਧੀਆ ਆਪਣੇ ਕਰੀਅਰ ਕੀਤੇ ਆ, ਪਰਮਨੈਂਟ ਰੈਜ਼ੀਡੈਂਟ ਜਿਹੜੇ ਚਾਹੁੰਦੇ ਸੀਗੇ ਉਹ ਬਣੇ ਆ, ਔਰ ਕੈਨੇਡਾ ਦਾ ਚੰਗਾ ਹਿੱਸਾ ਬਣੇ ਆ, ਔਰ ਕੰਟਰੀਬਿਊਟ ਕਰਦੇ ਆ। ਔਰ ਉਹਨਾਂ ਦਾ ਠੀਕ ਹੈ ਚੈਲੰਜਸ ਜ਼ਰੂਰ ਆਉਂਦੇ ਆ ਜਦੋਂ ਪੜ੍ਹਦੇ ਇੱਥੇ, ਕਿਉਂਕਿ ਉਹ ਆਪਣਾ ਕਮਾਈ ਕਰਕੇ ਮੁੜ ਕੇ ਪੈਸੇ ਵੀ ਦਿੰਦੇ ਆ, ਆਪਣੇ ਮਾਂ ਪਿਓ ਨੂੰ ਭੇਜਦੇ ਵਾਪਸ ਵੀ ਹੈਗੇ ਆ, ਬਹੁਤ ਮਿਹਨਤੀ ਹੈਗੇ ਆ, ਪਰ ਉਹਨਾਂ ਦਾ ਬੱਗਾ ਭਵਿੱਖ ਵੀ ਬਹੁਤ ਚੰਗਾ ਬਣ ਜਾਂਦਾ। ਉਹ ਆਪਣੇ ਮਕਾਨ ਲੈਂਦੇ, ਇੱਥੇ ਕਾਰਾਂ ਲੈਂਦੇ ਆ, ਕਾਰੋਬਾਰ ਚਲਾਉਂਦੇ ਆ, ਬਹੁਤ ਵਧੀਆ ਸਕਸੈਸਫੁਲ ਆ, ਔਰ ਜਿਹੜੇ ਵੀ ਸ਼ਹਿਰ ਤੁਸੀਂ ਜਾਓ ਤੁਹਾਨੂੰ ਉਹ ਰੋਲ ਮਾਡਲ ਮਿਲਦੇ ਆ। ਸੋ ਇਹ ਸੈਟਬੈਕ ਨੂੰ ਦੇਖ ਕੇ ਕੋਈ ਇਹ ਨਾ ਸੋਚੋ ਕਿ ਕੈਨੇਡਾ ਦੇ ਵਿੱਚ ਆਪਰਚੁਨਿਟੀ ਨਹੀਂ ਹੈਗੀ। ਹਾਂ ਜ਼ਰੂਰ, ਜਦੋਂ ਕੋਈ ਵੀ ਵਿਅਕਤੀ ਕਰਦਾ, ਕੋਈ ਵੀ ਉਪਰਾਲਾ ਕਰਦਾ, ਉਹਦੇ ਵਿੱਚ ਵਾਂਸ ਇਨ ਅ ਵਾਈਲ ਇੱਦਾਂ ਦੇ ਅਨਫੋਰਚੂਨੇਟ ਇੰਸੀਡੈਂਟ ਆਉਂਦੇ ਆ ਜਿੱਥੇ ਕੋਈ ਘਪਲਾ ਕਰ ਲੈਂਦਾ ਜਾਂ ਫਰਾਡ ਕਰ ਲੈਂਦਾ, ਪਰ ਉਹ ਤੋਂ ਆਪਣੇ ਆਪ ਨੂੰ ਚੱਕਣ, ਮਿਹਨਤ ਕਰਨ, ਕਾਨੂੰਨੀ ਤੌਰ ਤੇ ਉਹਨਾਂ ਨੂੰ ਨਾ ਛੱਡਣ, ਉਹਨਾਂ ਦੇ ਮਗਰ ਪੈਣ, ਐਟ ਦ ਸੇਮ ਟਾਈਮ ਮੂਵ ਫੋਰਵਰਡ ਕਰਨ, ਹੋਰ ਕੋਈ ਕਾਲਜ ਐਡਮਿਸ਼ਨ ਲੈਣ ਤੇ ਆਪਣਾ ਕੈਨੇਡਾ ਦੇ ਵਿੱਚ ਫਿਊਚਰ ਜ਼ਰੂਰ ਬਣਾਉਣ। ਔਰ ਮੈਂ ਆਸ ਕਰਦਾ ਕਿ ਇਹ ਟਾਈਪ ਆਫ ਘਟਨਾ ਬਹੁਤ ਮਾਈਨੋਰਿਟੀ ਰੇਅਰ ਕੇਸ ਦੇ ਵਿੱਚ ਆਉਂਦੀਆਂ, ਕਿਤੇ ਮੈਜੋਰਿਟੀ 99% ਜਿਹੜੇ ਹੈਗੇ ਆ ਉਹ ਬਹੁਤ ਸਕਸੈਸਫੁਲ ਆ, ਕਾਲਜ ਵੀ ਠੀਕ ਪੜ੍ਹਾਉਂਦੇ ਆ, ਔਰ ਬੱਚੇ ਵੀ ਵਧੀਆ ਪੜ੍ਹਦੇ ਆ, ਔਰ ਉਹ ਆਪਣਾ ਭਵਿੱਖ ਜਿਹੜਾ ਔਰ ਫਿਊਚਰ ਇੱਥੇ ਬਹੁਤ ਵਧੀਆ ਬਣਾ ਰਿਹਾ। ਜੀ ਰਣਦੀਪ ਜੀ, ਥੈਂਕ ਯੂ ਸੋ ਮਚ ਇਸ ਮੁੱਦੇ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਇਸ ਟੌਪਿਕ ਤੇ ਜਿਹੜੀ ਤਮਾਮ ਹੈ ਉਹ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਸੋ ਮਚ। ਯੂ ਵੈਲਕਮ। ਥੈਂਕ ਯੂ ਜੀ। ਜੀ, ਸੋ MP ਰਣਦੀਪ ਸਰਾਏ ਜੀ ਨਾਲ ਤਾਂ ਇਸ ਮੁੱਦੇ ਸੰਬੰਧੀ ਗੱਲਬਾਤ ਹੋ ਗਈ ਹੈ।
ਮੁੱਦੇ ਦੇ ਵਿੱਚ ਤੁਸੀਂ ਸਾਰਿਆਂ ਨੇ ਵੀ ਸੁਣਿਆ ਕੀ ਕੁਝ ਨਿਕਲ ਕੇ ਸਾਹਮਣੇ ਆਇਆ। ਸੋ ਦੇਖਦੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਖੱਜਲ ਖੁਆਰੀ ਹੈ ਕਦੋਂ ਤੱਕ ਦੂਰ ਹੁੰਦੀ ਹੈ, ਐਂਡ ਸਪੈਸ਼ਲੀ ਇਸ ਮੁੱਦੇ ਦੇ ਉੱਤੇ ਅਸੀਂ ਹੋਰ ਵੀ ਅੱਗੇ ਜਿਹੜੇ ਹੈ ਹੋ ਸਕਦਾ ਕੰਸਲਟੈਂਟਸ ਨਾਲ ਵੀ ਜੁੜੀਏ, ਕਈ ਐਡਵੋਕੇਟਸ ਨੇ ਇਸ ਮੁੱਦੇ ਦੇ ਉੱਤੇ ਹੋਰ ਗੱਲ ਕਰਨ ਵਾਲੇ, ਉਹਨਾਂ ਨਾਲ ਵੀ ਇਸ ਮੁੱਦੇ ਬਾਰੇ ਜਾਣ ਸਕੀਏ ਕਿ ਜਦੋਂ ਇੱਦਾਂ ਦੇ ਕੇਸਿਸ ਆ ਜਾਂਦੇ ਨੇ ਤਾਂ ਉਹਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਹੁਣ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਇੱਥੇ ਗੱਲ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਤਾਂ ਉਹ ਕੀ ਕਰ ਸਕਦੇ ਨੇ, ਕਿਵੇਂ ਇੱਦਾਂ ਦੀ ਬੈਂਕਰਪਸੀ ਜਿਹੜੀ ਹੈ ਸ਼ੋਅ ਕਰ ਦਿੱਤੀ ਜਾਂਦੀ ਹੈ, ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਕੋਲ ਕੀ ਹੱਲ ਰਹਿ ਜਾਂਦਾ। ਇਸ 'ਤੇ ਲਗਾਤਾਰ ਗੱਲਬਾਤ ਕਰਦੇ ਰਹਾਂਗੇ। ਕੱਲ੍ਹ ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।